आप फायदा उठा सकते हैं हमारे 23 ऑनलाइन चर्चेस का, जो कि भारत की सारी प्रमुख भाषाओं में उपलब्ध हैं। और इसके अलावा हमारे पास 3 विशेष चर्च हैं। एक टीनेजर्स के लिए जिसका नाम है तूफानी योग यानी 3, बच्चों के लिए हमारे पास ऑनलाइन चर्च है, और गूंगे और बहरों के लिए भी हमारे पास चर्च है, साइन लैंग्वेज का चर्च। उसके अलावा आप हमारे ऑनलाइन चर्चेस को देख सकते हैं उड़िया में, तेलुगु में, तमिल में, गुजराती में, कन्नड़ा में, तुलु में, इंग्लिश में, हिंदी में, छत्तीसगढ़ी में, राठौरी बरेली में, आसामीज में, मराठी में, पंजाबी में, नेपाली में, कोंकणी, मलयालम, सिंधी, भोजपुरी, बंगाली और मालवानी में। इनका फायदा उठाइए और पूरे भारत में लोगों को सुसमाचार सुनाइए। गॉड ब्लेस यू। Praise the Lord. उसकी स्तुति हम नाचते हुए करेंगे। उसकी स्तुति में नाच के करूं, चाहे जो हो जाए, मुझ में जो है वो महान है, उसका नाम है यीशु। मैं हूँ एक विजयी, जयवंत से बढ़कर उसके राज का वारिस, पवित्र आत्मा से भरा हुआ। उसकी स्तुति मैं नाच के करूं, चाहे जो हो जाए, मुझ में जो है वो महान है, उसका नाम है यीशु। मैं हूँ एक विजयी, जयवंत से बढ़कर उसके राज का वारिस, पवित्र आत्मा से भरा हुआ। उसमें आनंद मनाओ, उसमें आनंद मनाओ, मैं उसमें आनंद मनाऊं, जयवंत से बढ़कर उसमें आनंद मनाइए, उसमें आनंद मनाऊं, मैं उसमें आनंद मनाऊं, जयवंत से बढ़कर। मेरे विरोध में बना दिया, समृद्ध ना होगा, मुझ में जो है वो महान है, उसका नाम है यीशु। मैं हूँ एक विजयी, जयवंत से बढ़कर उसके राज का वारिस, पवित्र आत्मा से भरा हुआ। मेरे विरोध में बना दिया, कभी समृद्ध ना हो, क्योंकि मुझ में जो है वो महान है, और उसका नाम यीशु मसीह है। मैं हूँ एक विजयी, जयवंत से बढ़कर उसके राज का वारिस, पवित्र आत्मा से भरा हुआ। उसमें आनंद मनाओ, उसमें आनंद मनाओ, मैं उसमें आनंद मनाऊं, जयवंत से बढ़कर आनंद आनंद, उसमें आनंद मनाओ, उसमें आनंद मनाऊं, मैं उसमें आनंद मनाऊं, जयवंत से बढ़कर, जयवंत से बढ़कर, जयवंत से बढ़कर। कहिए मैं जयवंत से बढ़कर, मैं जयवंत से बढ़कर हूँ। हालेलुया। ਤੁਹਾਨੂੰ ਸਭ ਨੂੰ ਸਵਾਗਤ ਹੈ ਅੱਜ ਦੇ ਵਿਸ਼ੇਸ਼ ਐਤਵਾਰ ਦੀ ਸਭਾ ਵਿੱਚ ਮੈਨੂੰ ਨਿਯੋਜਨ ਸਾਰੇ ਸਾਈਡ ਸੇ आज के संदेश के लिए
ਅਸੀਂ ਤੁਸੀਂ ਪੂਰੀ ਤਿਆਰੀ ਦੇ ਨਾਲ ਬੈਠੇ ਤੇ ਆਪਣੇ ਦੋਸਤਾਂ ਦੇ ਨਾਲ ਤੇ ਆਪਣੇ ਪਰਿਵਾਰ ਦੇ ਨਾਲ ਅਤੇ ਸਮੂਹਨ ਪ੍ਰਾਰਥਨਾ ਦਾ ਤੁਸੀਂ ਜਿੱਤੇ ਕਿਤੇ ਖੜੇ ਹੁੰਦੇ ਅਸੀਂ ਆਪਣੇ ਅੱਖਾਂ ਨੂੰ ਬੰਦ ਕਰਕੇ ਆਪਣੇ ਪਵਿੱਤਰ ਹੱਥ ਨੂੰ ਸਵਰਗ ਦੇ ਉਠਾਣ ਦੇਣਾ ਅਸੀਂ ਪਰਮੇਸ਼ਵਰ ਨੂੰ ਧੰਨਵਾਦ ਦੇਣੇ ਦੀ ਸਾਂਤਾਂ ਕਰੇ ਓ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦੀ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦਾ ਓ ਪ੍ਰਕਟਾ ਵਤੂ ਪੜੀ ਕਲੀ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦੀ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸ ਧੰਨਵਾਦ ਦੇ ਪਿਤਾ ਪਰਮੇਸ਼ਵਰ ਧੰਨਵਾਦ ਦੇ ਆਪਣੇ ਮੂੰਹ ਤੋਂ ਖੁੱਲ ਕੇ ਪਰ ਇਹ ਭਾਸ਼ਾ ਵਿੱਚ ਬੋਲਦੇ ਸੀ ਆਪਣੀ ਰੂਹ ਨੂੰ ਤਿਆਰ ਕਰਦੇ ਆਜ ਦੇ ਆਈ ਦੇ ਲਈ ਸਾਂਤਾਂ ਕਰੇ ਓ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦੀ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦਾ ਓ ਪ੍ਰਕਟਾ ਵਤੂ ਪੜੀ ਕਲੀ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦਾ ਓ ਧੰਨਵਾਦ ਦੇ ਪਿਤਾ ਪਰਮੇਸ਼ਵਰ ਧੰਨਵਾਦ ਦੇ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦੀ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦਾ ਧੰਨਵਾਦ ਦੇ ਪਿਤਾ ਪਰਮੇਸ਼ਵਰ ਤੁਹਾਡੇ ਵਰਗਾ ਕੋਈ ਨਹੀਂ ਸੀ ਪਰਮੇਸ਼ਵਰ ਤੁਸੀਂ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਸੀ ਧੰਨਵਾਦ ਦੇ ਪਰਮੇਸ਼ਵਰ ਤੁਹਾਡੇ ਵਰਗਾ ਕੋਈ ਨਹੀਂ ਸੀ ਪਰਮੇਸ਼ਵਰ ਧੰਨਵਾਦ ਦੇ ਪਵਿੱਤਰ ਆਤਮਾ ਦੇ ਉਪਹਾਰ ਦੇ ਲਈ ਲਿਗਾ ਸਾਂਤਾਂ ਕਰੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਕਰੇ ਧੰਨਵਾਦ ਦੇ ਪਿਤਾ ਪਰਮੇਸ਼ਵਰ ਤੁਹਾਡੇ ਅਨੰਤ ਪ੍ਰੇਮ ਦੇ ਲਈ ਤੁਹਾਡੀ ਭਲਾਈ ਦੇ ਲਈ ਤੁਹਾਡੀ ਕਿਰਪਾ ਦੇ ਲਈ ਧੰਨਵਾਦ ਦੇ ਪਿਤਾ ਪਰਮੇਸ਼ਵਰ ਧੰਨਵਾਦ ਦੇ ਤੁਸੀਂ ਆਦਿ ਅਤੇ ਅੰਤ ਧੰਨਵਾਦ ਦੇ ਪਰਮੇਸ਼ਵਰ ਹਾਲੇਲੂਇਆ ਪ੍ਰੇਜ਼ ਦ ਲਾਰਡ ਅਤੇ आज ਦੀ ਪਹਿਲੀ ਪ੍ਰਾਰਥਨਾ ਬਿੰਦੂ ਯਸ ਅਸੀਂ ਪ੍ਰਾਰਥਨਾ ਕਰਦੇ ਹਾਂ ਪਹਿਲਾ ਤਿਮੋਥੀ ਦੂਸਰਾ ਅਧਿਆਇ ਤੇ 1 ਤੇ 4 ਆਇਤ MSG ਅਨੁਵਾਦ ਵਿੱਚ ਲਿਆ ਗਿਆ ਹੈ ਬਾਈਬਲ ਕਹਿੰਦਾ ਹਾਂ ਸਭ ਤੋਂ ਪਹਿਲਾ ਜੋ ਮੈਂ ਤੁਹਾਨੂੰ ਕਰਨਾ ਚਾਹੁੰਦਾ ਹੈ ਉਹ ਹੈ ਹਰ ਜਗ੍ਹਾ ਹਰ ਕਿਸਮ ਦੀ ਪ੍ਰਾਰਥਨਾ ਜੋ ਤੁਸੀਂ ਜਾਣਦੇ ਹੋ ਹਰ ਇੱਕ ਦੇ ਲਈ ਤੁਸੀਂ ਜਾਣਦੇ ਹੋ ਹਾਲੇਲੂਇਆ ਖਾਸ ਕਰ ਸਰਕਾਰਾਂ ਅਤੇ ਉਹਨਾਂ ਦੀ ਸ਼ਾਸਕਾਂ ਦੇ ਲਈ ਸਹੀ ਤੌਰ ਤੇ ਸ਼ਾਸਨ ਕਰਨ ਦੇ ਲਈ ਪ੍ਰਾਰਥਨਾ ਕਰੋ ਅਤੇ ਜੋ ਅਸੀਂ ਆਪਣੇ ਕੰਮ ਆਮ ਤੌਰ ਤੇ ਕਰ ਸਕੀਏ ਅਤੇ ਪੂਰੀ ਨਿਮਰਤਾ ਨਾਲ ਜੀ ਸਕੀਏ ਹਾਲੇਲੂਇਆ ਅਸੀਂ ਸਾਡੀ ਮੁਕਤੀਦਾਤਾ ਪਰਮੇਸ਼ਵਰ ਚਾਹੁੰਦਾ ਹਾਂ ਕਿ ਅਸੀਂ ਇਸ ਤਰ੍ਹਾਂ ਜੀ ਸਕੀਏ ਉਹ ਚਾਹੁੰਦਾ ਹੈ ਕਿ ਸਿਰਫ ਸਾਨੂੰ ਹੀ ਨਹੀਂ ਬਲਕਿ ਹਰ ਕਿਸੇ ਨੂੰ ਬਚਾਇਆ ਜਾਣਾ ਚਾਹੁੰਦਾ ਹੈ ਆਓ ਹਰ ਮਨੁੱਖ ਦੇ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਜਾਣਦਾ ਹੈ ਉਹ ਸੱਚਾਈ ਜਾਣਦਾ ਹੈ ਜੋ ਅਸੀਂ ਸਿੱਖਿਆ ਹਾਂ ਅਸੀਂ ਪ੍ਰਾਰਥਨਾ ਕਰਾਂਗੇ ਸਾਰੇ ਮਨੁੱਖਾਂ ਦੇ ਲਈ ਖਾਸ ਕਰ ਆਪਣੀ ਬਾਕੀ ਸਾਰੇ ਮਨੁੱਖਾਂ ਦੇ ਲਈ ਖਾਸ ਕਰ ਆਪਣੀ ਵਿਸ਼ਵ ਦੇ ਹਰ ਮਨੁੱਖਾਂ ਦੇ ਲਈ ਸਾਰੇ ਪਰਿਵਾਰ ਦੇ ਹਰ ਮੈਂਬਰਾਂ ਦੇ ਲਈ ਸਹਿਕਰਮੀਆਂ ਦੇ ਲਈ ਅਤੇ ਪਾਠਸ਼ਾਲਾ ਵਿੱਚ ਅਤੇ ਕਾਰੋਬਾਰ ਵਿੱਚ ਆਦਿ ਦੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਦਾ ਅੰਤਮ ਉਦੇਸ਼ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੀ ਯੋਜਨਾ ਪੂਰੀ ਹੋ ਜਾਵੇ ਜੋ ਉਹਨਾਂ ਦੀ ਮੁਕਤੀ ਹੈ ਅਤੇ ਉਹ ਪਰਮੇਸ਼ਵਰ ਦੇ ਬਚਨ ਦੇ ਗਿਆਨ ਵਿੱਚ ਵੜ ਰਿਹਾ ਹਨ ਹਾਲੇਲੂਇਆ ਅਸੀਂ ਪ੍ਰਾਰਥਨਾ ਕਰਾਂਗੇ ਲਿਗਾ ਸਾਂਤਾਂ ਦੇ ਆਪਣੇ ਮੂੰਹ ਤੋਂ ਖੋਲ ਕੇ ਭਾਸ਼ਾ ਵਿੱਚ ਬੋਲਦੇ ਅਸੀਂ ਪ੍ਰਾਰਥਨਾ ਕਰਦੇ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਓ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਓ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਧੰਨਵਾਦ ਤੇ ਪਰਮੇਸ਼ਵਰ ਤੇ ਵਿਸ਼ਵ ਦੇ ਸਾਰੇ ਮਨੁੱਖਾਂ ਦੇ ਲਈ ਪ੍ਰਾਰਥਨਾ ਕਰਦੇ ਜਿਨ੍ਹਾਂ ਦਾ ਮੁਕਤੀ ਨਹੀਂ ਹੁੰਦੀ ਤਾਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਪਰਮੇਸ਼ਵਰ ਉਹ ਬਚਾਏ ਜਾਣ ਰਹੇ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦਾ ਉਹ ਪ੍ਰਕਟਾ ਵਤੂ ਪੜੀ ਕਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਉਹ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਦਾ ਉਹ ਧੰਨਵਾਦ ਕਰਦੇ ਪਰਮੇਸ਼ਵਰ ਤੁਹਾਡੀ ਸੱਚ ਨਿਸ਼ਠਾ ਪ੍ਰਬਲ ਹੁੰਦੇ ਵਿਸ਼ਵ ਦੇ ਦੇਸ਼ਾਂ ਦੇ ਲੋਕਾਂ ਦੇ ਦਿਲ ਵਿੱਚ ਸਥਾਪਿਤ ਹੁੰਦੇ ਯਿਸੂ ਮਸੀਹ ਦੇ ਨਾਮ ਵਿੱਚ ਧੰਨਵਾਦ ਕਰਦੇ ਪਰਮੇਸ਼ਵਰ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਤੁਹਾਡੇ ਬਚਨ ਦੇ ਗਿਆਨ ਵਿੱਚ ਵੜ ਰਿਹਾ ਯਿਸੂ ਮਸੀਹ ਦੇ ਨਾਮ ਵਿੱਚ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਉਹ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਲਿਗਾ ਸਾਂਤਾਂ ਦੇ ਸ਼ਲਮਾਂਗ ਰਬਾਨ ਦੁਸਲਬਾ ਹੋ ਸਕਲਾ ਕੋ ਪ੍ਰੇਸ਼ ਉਹ ਧੰਨਵਾਦ ਦੇ ਪਿਤਾ ਪਰਮੇਸ਼ਵਰ ਧੰਨਵਾਦ ਦੇ ਪਿਤਾ ਪਰਮੇਸ਼ਵਰ ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ ਅਤੇ ਅੱਜ ਦੀ ਦੂਜੀ ਪ੍ਰਾਰਥਨਾ ਬਿੰਦੂ ਅਸੀਂ ਪ੍ਰਾਰਥਨਾ ਕਰਦੇ ਹਾਂ
ਅਸੀਂ ਪ੍ਰਾਰਥਨਾ ਕਰ ਸੇ ਆਪਣੇ ਮਿਸ਼ਨ ਦੇ ਲਈ 1 ਬਿਲੀਅਨ ਰੂਹ ਦੇ ਲਈ ਪ੍ਰਾਰਥਨਾ ਕਰਦੇ 31 ਦਸੰਬਰ 2021 ਦੇ ਲਈ ਹਾਲੇਲੂਇਆ। ਅਸੀਂ ਵਡੇਰੀ ਕਿਰਪਾ ਦੇ ਲਈ ਪ੍ਰਾਰਥਨਾ ਕਰ ਰਹੇ ਹਾਂ। ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਸਾਡੇ ਲਈ ਸੇਵਕਾਈ ਦੇ ਪ੍ਰਭਾਵੀ ਦਰਵਾਜ਼ੇ ਖੁੱਲੇ ਹਨ। ਸਾਡੇ ਕੋਲ ਇੱਕ ਵੱਡੀ ਹੋਈ ਸੇਵਕਾਈ ਹਾਂ। ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਦੀ ਸਾਮਰਥ ਸਾਡੇ ਨਾਲ ਕੰਮ ਕਰ ਰਹੀ ਹੈ, ਜਿਵੇਂ ਭਵਿੱਖਬਾਣੀ ਕੀਤੀ ਗਈ ਹੈ ਯਿਸੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਦੇ ਲਿਗਾ ਸਾਕ ਟਾਂਡ ਦੇ ਓ ਸ਼ਲਮਾਂਗ ਰਬਾਰੇ ਦੁਸਲਾ ਬਾਉ ਸਕਲ ਕੋ ਪ੍ਰੇਸ਼ ਲਿਗਾ ਸਾਕ ਟਾਂਡ ਦੇ ਸ਼ਲਮਾਂਗ ਰਬਾਰੇ ਦੁਸਲਾ ਬਾਉ ਸਕਲ ਕੋ ਪ੍ਰੇਸ਼ਤਾ ਓ ਪ੍ਰਗੜਾ ਬਦ ਪੜੀ ਕਲਿਗਾ ਸਾਕ ਟਾਂਡ ਦੇ ਸ਼ਲਮਾਂਗ ਰਬਾਰੇ ਦੁਸਲਾ ਬਾਉ ਸਕਲ ਕੋ ਪ੍ਰੇਸ਼ ਲਿਗਾ ਸਾਕ ਟਾਂਡ ਦੇ ਓ ਸ਼ਲਮਾਂਗ ਰਬਾਰੇ ਦੁਸਲਾ ਬਾਉ ਸਕਲ ਕੋ ਪ੍ਰੇਸ਼ ਲਿਗਾ ਸਾਕ ਟਾਂਡ ਦੇ ਸ਼ਲਮਾਂਗ ਰਬਾਰੇ ਦੁਸਲਾ ਬਾਉ ਸਕਲ ਕੋ ਪ੍ਰੇਸ਼ਤਾ ਓ ਧੰਨਵਾਦ ਦੇ ਪਰਮੇਸ਼ਵਰ ਮਿਸ਼ਨ 1 बिलियन रूह दिली प्रार्थना करे तो परमेश्वर का सामना ट्रेडिशनल मांग रबारे दुसला बहुत सकल को प्रेश सेवकाई के प्रभावी दरवाजे खुले ने यीशु मसीह के नाम में का सामना करे ओ शलमांग रबारे दुसला बहुत सकल को प्रेश का सामना ट्रेडिशनल मांग रबारे दुसला बहुत सकल को प्रेश तुम्हारी सामर्थ सारे नाल काम कर रही यीशु मसीह के नाम में का सामना ट्रेडिशनल मांग रबारे दुसला बहुत सकल को प्रेश का सामना करे ओ शलमांग रबारे दुसला बहुत सकल को प्रेश का सामना ट्रेडिशनल मांग रबारे दुसला बहुत सकल को प्रेश आक्रडी करा लेगा बा होम के बरबसा लगा साने ने रबोन अगली का सामना करे ओ धन्यवाद दे पिता परमेश्वर धन्यवाद दे बढ़ती हुई कृपा दे ले धन्यवाद करे दा परमेश्वर धन्यवाद करे लेगा सामना ट्रेडिशनल मांग रबारे दुसला बहुत सकल को प्रेश लेगा सामना करे ओ धन्यवाद दे परमेश्वर धन्यवाद दे हर दिन हजारों रूह तुम्हारे राज में जुड़ रहे हैं यीशु मसीह के नाम में धन्यवाद कर परमेश्वर से सारी प्रार्थना प्रभु यीशु मसीह के नाम में मांगते हैं आमेन। ऐसे आज की तीसरी प्रार्थना बिंदु यह से प्रार्थना कर दें बाइबल दे अध्ययन पहला तीमुथियुस दूसरा अध्याय ते चौथा आयत कहता है जो चाहता है कि सारे मनुष्य बचाए जाएं ते वो सारे सच जानते हो। तो ਅਸੀਂ प्रार्थना करांगे ਤੁਹਾਡੇ ਪਰਿਵਾਰ ਦੇ ਲਈ ਅਤੇ ਦੋਸਤਾਂ ਦੇ ਲਈ ਪ੍ਰਾਰਥਨਾ ਕਰੋ ਜਿਹੜੇ ਬਚਾਏ ਨਹੀਂ ਗਏ ਹਨ ਤਾਂ ਜੋ ਉਹ ਮੁਕਤੀ ਪ੍ਰਾਪਤ ਕਰ ਸਕਣ ਅਤੇ ਸੱਚਾਈ ਦੇ ਗਿਆਨ ਵਿੱਚ ਆਉਣ। ਪ੍ਰਾਰਥਨਾ ਕਰੋ ਕਿ ਉਹ ਯਿਸੂ ਨੂੰ ਉਹਨਾਂ ਦੇ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਪ੍ਰਾਪਤ ਕਰ ਰਹੇ ਹਨ। ਯਿਸੂ ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਾਂਗੇ ਲਿਗਾ ਸਾਕ ਟਾਂਡ ਰਿਸ਼ਲਾ ਮਾਂਗ ਰਪਾਰੇ ਦੁਸਲਾ ਬਹੁ ਸਕਲ ਕੋ ਪ੍ਰੇਸ਼ ਲਿਗਾ ਸਾਕ ਟਾਂਡ ਰੇ ਅਸੀਂ ਆਪਣੇ ਰੂਹ ਵਿੱਚ ਪ੍ਰਾਰਥਨਾ ਕਰਦੇ ਤੇ ਆਪਣੇ ਮੂੰਹ ਤੋਂ ਖੋਲ ਕੇ ਪਰਾਇ ਭਾਸ਼ਾ ਵਿੱਚ ਬੋਲਦੇ ਸਕਦੇ ਰੂਹ ਨੂੰ ਤਿਆਰ ਕਰਦੇ ਲਿਗਾ ਸਾਕ ਟਾਂਡ ਰਿਸ਼ਲਾ मांग रबारे दुसला बहु सकल को प्रैशली का साक टाटड़े ओ शल मांग रबारे दुसला बहु सकल को प्रैशली का साक टाटड़े शल मांग रबारे दुसला बहु सकल को प्रैशली का साक टाटड़े आक्रडी करा लेगा बा होम के बराबर सना मसाने ने रबो नगली का साक टाटड़े ਅਸੀਂ प्रार्थना करें अपने परिवार दे लिए अपने दोस्तां दे लिए जो बचाए नहीं जाते धन्यवाद कर परमेश्वर जिन्हां दा मुक्ति नहीं होंदे धन्यवाद कर परमेश्वर ना सारा दे लिए धन्यवाद कर परमेश्वर का साक टाटड़े यीशु मसीह ने खुशखबरी दा प्रकाश उन्हां दे हृदय विच चमक रहे यीशु मसीह दे नाम विच धन्यवाद कर परमेश्वर का साक टाटड़े शलमांग रबारे दुसला बहु सकल को प्रैशा ओ प्रगड़ा बद पड़ी कली का साक टाटड़े शलमांग रबारे दुसला बहु सकल को प्रैशा उन्हां दा आंखां खुले ते परमेश्वर सच्चाई नु जानदे यीशु मसीह दे नाम विच सच्चाई दे ज्ञान विच आउंदे यीशु मसीह दे नाम विच लिखा साक टाटड़े ओ शलमांग रबारे दुसला बहु सकल को प्रैशा लिखा साक टाटड़े शलमांग रबारे दुसला बहु सकल को प्रैशा लिखा साक टाटड़े ओ शलमांग रबारे दुसला बहु सकल को प्रैशा लिखा साक टाटड़े धन्यवाद कर परमेश्वर ना हृदय खुले तो परमेश्वर यीशु उन्हां दा प्रभु धन्यवाद कर परमेश्वर ना मुक्तिदाता धन्यवाद कर परमेश्वर धन्यवाद कर दे ਅਸੀਂ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਲੇਲੂਇਆ ਪ੍ਰੇਜ਼ ਦ ਲਾਰਡ ਐਟ ਦ ਸਮਰ ਵਰਸ਼ਿਪ ਟੀਮ ਨੂੰ ਸਵਾਗਤ ਕਰਦੇ ਹਾਂ ਹਾਲੇਲੂਇਆ ਪ੍ਰੇਜ਼ ਦ ਲਾਰਡ। मेरे जीवन मेरे विधान मैं तेरी स्तुति कर जैसे मैं पानी के लिए तरसती है वैसे ही मैं खुदा
ਹਾਲੇਲੂਇਆ, ਪ੍ਰੇਜ਼ ਦ ਲਾਰਡ। ਇਹ ਹੈ ਅੱਜ ਦਾ ਵਚਨ ਕ੍ਰਾਈਸਟ ਐਮਬੈਸੀ ਇੰਡੀਆ ਦੇ ਵੱਲੋਂ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪਿਆਰੀ ਵਾਸਤਵਿਕਤਾ ਸੰਗ੍ਰਹਿ ਦੇ ਵਿੱਚ ਔਰ ਸਾਡੀ ਪਿਆਰੀ ਭਾਸ਼ਾ ਪੰਜਾਬੀ ਦੇ ਵਿੱਚ। ਮੈਂ ਵਿਸ਼ਵਾਸ ਕਰਦਾ ਤੁਸੀਂ ਖੁਸ਼ ਹੋ, ਆਨੰਦਿਤ ਹੋ ਔਰ ਵਧ ਰਹੇ ਹੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅੱਜ ਦਿਨ ਐਤਵਾਰ 1 ਅਗਸਤ 2021 ਔਰ ਸਾਡੇ ਅੱਜ ਦੇ ਵਚਨ ਦਾ ਸ਼ੀਰਸ਼ਕ ਹੈ ਤੁਹਾਡੀ ਕਮਜ਼ੋਰੀ ਲਈ ਉਸ ਦੀ ਤਾਕਤ। ਪ੍ਰੇਜ਼ ਦ ਲਾਰਡ। ਅੱਜ ਦਾ ਵਚਨ ਲਿਆ ਗਿਆ ਹੈ 2 ਕੁਰਿੰਥੀਆਂ 12 ਅਧਿਆਇ ਦੀ 9 ਆਇਤ। ਲਿਖਿਆ, ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ, ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ, ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ। ਪ੍ਰੇਜ਼ ਦ ਲਾਰਡ। ਪਾਸਟਰ ਕ੍ਰਿਸਟੋ ਐਕਲੋਗੇ ਸਾਨੂੰ ਦੱਸਦੇ ਨੇ, ਜਿਵੇਂ ਹੀ ਤੁਸੀਂ ਪ੍ਰਭੂ ਦੀ ਸੇਵਾ ਕਰਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਤੁਹਾਨੂੰ ਕਦੇ ਵੀ ਸੜਨ ਜਾਂ ਥੱਕਣ ਨਹੀਂ ਦਿੰਦਾ। ਉਹ ਤੁਹਾਡੀ ਤਾਕਤ ਨੂੰ ਨਵਾਂ ਕਰਦਾ ਹੈ। ਯਸ਼ਾਇਆ 40 ਅਧਿਆਇ ਦਾ 30 ਤੋਂ 31 ਆਇਤ ਇਸ ਨੂੰ ਸੁੰਦਰਤਾ ਨਾਲ ਰੱਖਦਾ ਹੈ। ਇਹ ਕਹਿੰਦਾ ਹੈ, ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ ਅਤੇ ਜਵਾਨ ਵੀ ਡਿੱਗ ਪੈਣਗੇ, ਪਰ ਯਹੋਵਾ ਦੇ ਉਡੀਕਣ ਵਾਲਿਆਂ ਨੂੰ ਨਵੇਂ ਸਿਰਿਓਂ ਬਲ ਮਿਲੇਗਾ। ਉਹ ਉਕਾਬਾ ਵਾਂਗੂ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਤੇ ਨਾ ਥੱਕਣਗੇ, ਉਹ ਫਿਰਨਗੇ ਪਰ ਹੁੱਸਣਗੇ ਨਹੀਂ। ਹਾਲੇਲੂਇਆ। ਇਬਰਾਨੀ ਸ਼ਬਦ ਜੋ ਉੱਪਰ ਅਨੁਵਾਦ ਕੀਤਾ ਗਿਆ ਹੈ ਨਵਾਂ ਕਰਨਾ, ਇਸ ਦਾ ਸ਼ਾਬਦਿਕ ਅਰਥ ਜੀਵਨ ਵੱਲ ਵਾਪਸ ਲੈ ਕੇ ਆਉਣਾ ਹੈ। ਇੱਕ ਤਸਵੀਰ ਜੋ ਕੁਹਾੜੀ ਚੜਾਏ ਹੋਏ ਦਰਖਤ ਦੀ ਹੈ, ਜਿਸ ਦੇ ਮਰਨ ਦੀ ਉਮੀਦ ਕੀਤੀ ਜਾਂਦੀ ਹੈ, ਪਰ ਅਚਾਨਕ ਹੀ ਉਹ ਮੁੜ ਜ਼ਿੰਦਾ ਹੋ ਗਿਆ। ਇਹ ਇੱਕ ਕਿਸਮ ਦੀ ਤਬਦੀਲੀ ਹੈ, ਜਿੱਥੇ ਮੌਤ ਦੀ ਥਾਂ ਇੱਕ ਨਵੀਂ ਜ਼ਿੰਦਗੀ ਦਿੱਤੀ ਜਾਂਦੀ ਹੈ। ਕਮਜ਼ੋਰੀ ਤਾਕਤ ਨਾਲ ਤਬਦੀਲ ਕੀਤੀ ਜਾਂਦੀ ਹੈ। ਇਸ ਦਾ ਸਮਾਨਾਰਥੀ ਸ਼ਬਦ ਤਬਦੀਲ ਜਾਂ ਅਦਲ-ਬਦਲ ਹੈ। ਇਹ ਇਸ ਤਰ੍ਹਾਂ ਤੁਹਾਡੀ ਕਮਜ਼ੋਰੀ ਉਸ ਦੀ ਸ਼ਕਤੀ ਨਾਲ ਤਬਦੀਲ ਕੀਤੀ ਜਾਂਦੀ ਹੈ। ਪ੍ਰੇਜ਼ ਦ ਲਾਰਡ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੌਲਸ ਨੇ ਕੁਲੂਸੀਆ 1 ਅਧਿਆਇ ਦਾ 29 ਵਿੱਚ ਕਿਹਾ, ਅਤੇ ਇਸ ਲਈ ਮੈਂ ਉਹਦੀ ਕਰਨੀ ਦੇ ਅਨੁਸਾਰ ਜੋ ਮੇਰੇ ਵਿੱਚ ਸਮਰੱਥਾ ਨਾਲ ਪ੍ਰਭਾਵ ਪਾਉਂਦਾ ਹੈ, ਵੱਡੇ ਯਤਨ ਨਾਲ ਮਿਹਨਤ ਕਰਦਾ ਹਾਂ। ਇਸ ਲਈ ਇਹ ਇਸ ਦੀ ਈਸ਼ਵਰੀ ਸ਼ਕਤੀ ਦਾ ਤੁਹਾਡੇ ਵਿੱਚ ਕੰਮ ਕਰਨ ਬਾਰੇ ਹੈ। ਪ੍ਰੇਜ਼ ਦ ਲਾਰਡ। 2 ਕੁਰਿੰਥੀਆਂ 3 ਅਧਿਆਇ ਦਾ 5 ਤੋਂ 6 ਆਇਤ ਵਿੱਚ ਉਸ ਨੇ ਸਾਡੀ ਯੋਗਤਾ ਕਿਹਾ, ਉਹ ਯੋਗਤਾ ਜਿਸ ਨਾਲ ਅਸੀਂ ਖੁਸ਼ਖਬਰੀ ਦੇ ਯੋਗ ਸੇਵਕ ਵਜੋਂ ਕੰਮ ਕਰਦੇ ਹਾਂ। ਇਹ ਖੁਸ਼ਖਬਰੀ ਹੈ, ਇਹ ਈਸ਼ਵਰੀ ਹੈ, ਇਹ ਮਨੁੱਖੀ ਨਹੀਂ। ਇਹ ਨਹੀਂ ਕਿ ਅਸੀਂ ਆਪ ਤੋਂ ਇਸ ਯੋਗ ਹਾਂ ਜਾਂ ਕਿਸੇ ਗੱਲ ਨੂੰ ਆਪਣੇ ਹੀ ਵੱਲ ਸਮਝੀਏ, ਸਗੋਂ ਸਾਡੀ ਯੋਗਤਾ ਪਰਮੇਸ਼ਰ ਵੱਲੋਂ ਹੈ, ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਬਣਾਇਆ, ਪਰ ਸ਼ਰਾਂ ਦੇ ਸੇਵਕ ਨਹੀਂ, ਸਗੋਂ ਆਤਮਾ ਦੇ। ਕਿਉਂ ਜੋ ਸ਼ਰਾਂ ਮਾਰ ਸੁੱਟਦੀ, ਪਰ ਆਤਮਾ ਜੀਵਨ ਦਿੰਦਾ ਹੈ। ਪ੍ਰੇਜ਼ ਦ ਲਾਰਡ। ਇਹ ਪਰਮੇਸ਼ਰ ਦੀ ਯੋਜਨਾ ਹੈ। ਉਹ ਕਮਜ਼ੋਰਾਂ ਨੂੰ ਸ਼ਕਤੀ ਅਤੇ ਤਾਕਤ ਦਿੰਦਾ ਹੈ। ਯਸ਼ਾਇਆ 40 ਦਾ 29 ਵਿੱਚ ਲਿਖਿਆ, ਉਸ ਦੇ ਨਾਲ ਤੁਸੀਂ ਕਦੇ ਵੀ ਤਾਕਤ ਅਤੇ ਪ੍ਰੇਰਣਾ ਤੋਂ ਬਾਹਰ ਨਹੀਂ ਜਾਂਦੇ। 2 ਕੁਰਿੰਥੀਆਂ 4 ਤੋਂ 16 ਵਿੱਚ ਰਸੂਲ ਪੌਲਸ ਦੇ ਸ਼ਬਦਾਂ ਨੂੰ ਯਾਦ ਕਰਾਉਂਦਾ ਹੈ, ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਭਾਵੇਂ ਸਾਡੀ ਬਾਹਰਲੀ ਮਨੁੱਖਤਾ ਨਾਸ ਹੁੰਦੀ ਹੈ, ਪਰ ਅੰਦਰੂਨੀ ਮਨੁੱਖਤਾ ਦਿਨੋਂ ਦਿਨ ਨਵੀਂ ਬਣਦੀ ਜਾਂਦੀ ਹੈ। ਹਾਲੇਲੂਇਆ। ਪ੍ਰਭੂ ਦੇ ਨਾਲ ਇੱਕ ਮਜ਼ਦੂਰ ਹੋਣ ਦੇ ਨਾਤੇ ਉਸ ਲਈ ਕੰਮ ਕਰਨ ਅਤੇ ਉਸ ਨਾਲ ਮਿਲ ਕੇ ਕੰਮ ਕਰਨਾ ਤੁਹਾਡੀ ਤਾਕਤ ਦਾ ਨਵੀਨੀਕਰਨ ਹੈ। ਜਦੋਂ ਤੁਸੀਂ ਉਸ ਦੀ ਸੇਵਾ ਕਰਦੇ ਹੋ, ਤੁਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਸਦਾ ਤਰੋ-ਤਾਜ਼ਾ ਅਤੇ ਤਾਜ਼ਗੀ ਪ੍ਰਾਪਤ ਕਰਦੇ ਹੋ, ਪ੍ਰੇਰਿਤ ਹੁੰਦੇ ਹੋ ਅਤੇ ਖੁਸ਼ ਹੁੰਦੇ ਹੋ। ਇਸ ਪ੍ਰਤੀ ਸੁਚੇਤ ਰਹੋ। ਪ੍ਰੇਜ਼ ਦ ਲਾਰਡ। ਇਸ ਸਮੇਂ ਪ੍ਰਾਰਥਨਾ ਆइए ਆਪਾਂ ਸਭ ਜੀ ਮਿਲ ਕੇ ਪ੍ਰਾਰਥਨਾ ਕਰਾਂਗੇ। ਤੁਸੀਂ ਮੇਰੇ ਨਾਲ ਪ੍ਰਾਰਥਨਾ ਕਰ ਸਕਦੇ ਹੋ। ਪਰਮੇਸ਼ਰ ਮੁਬਾਰਕ ਹੋਵੇ। ਮੈਂ ਪਰਮੇਸ਼ਰ ਦੇ ਆਤਮਾ ਦੁਆਰਾ ਨਿਰੰਤਰ ਤਾਜ਼ਗੀ ਅਤੇ ਨਵੀਨੀਕਰਨ ਪ੍ਰਾਪਤ ਕਰਦਾ ਹਾਂ। ਪ੍ਰਭੂ ਦੀ ਸੇਵਾ ਕਰਨ ਲਈ ਪ੍ਰੇਰਿਤ ਅਤੇ ਖੁਸ਼ੀ ਨਾਲ ਭਰਿਆ ਹੋਇਆ ਹਾਂ। ਮੈਂ ਯਿਸੂ ਮਸੀਹ ਦੀ ਕਿਰਪਾ ਵਿੱਚ ਮਜ਼ਬੂਤ ਹਾਂ, ਸਮਰਥੀ ਹਾਂ ਅਤੇ ਹਰ ਚੰਗੇ ਕੰਮ ਲਈ ਤਿਆਰ ਹਾਂ। ਉਹ ਮੇਰੀ ਜ਼ਿੰਦਗੀ ਦੀ ਤਾਕਤ ਹੈ। ਹਾਲੇਲੂਇਆ। ਅੱਗੇ ਹੁਣ ਵਾਲਾ ਅਧਿਆਇ ਤੁਸੀਂ ਪੜ੍ਹ ਸਕਦੇ ਹੋ। ਯਸ਼ਾਇਆ ਦੀ ਪੁਸਤਕ 40 ਅਧਿਆਇ ਦੀ 29 ਆਇਤ।
जबूर 103 ਦਾ 1 ਤੋਂ ਲੈ ਕੇ 5 ਤੱਕ ਔਰ ਅਫਸੀਆਂ ਦੀ ਪੁਸਤਕ 3 ਅਧਿਆਇ ਦੀ 16 ਆਇਤ ਤੁਸੀਂ ਪੜ੍ਹ ਸਕਦੇ ਹੋ। परमेश्वर ਤੁਹਾਨੂੰ बहुत बहुत आशीष और बरकत देवे। गॉड ब्लेस यू ऑल। थैंक यू। हालेलुया, प्रेज द लॉर्ड। मैं धन्यवाद करती हूँ परमेश्वर का इस अद्भुत गवाही के लिए। और मेरी गवाही है मेरे सेल मेंबर की। तो वो बहन जॉब पे गई थी और वैसे ही अचानक उसके पति की तबीयत ख़राब हो गई। उनके बच्चे ने फ़ोन किया कि मम्मी पापा की तबीयत बहुत ख़राब है। तो वो जॉब से घर आई और बहुत घबराई हुई थी और उनके पति की तबीयत ऐसी थी कि वो बहुत बेचैन हुए थे और घबराहट हो रही थी। तो वैसे ही हालत में उन्होंने डॉक्टर के पास लेकर गई, पर दवाई से भी कुछ आराम नहीं लगा। फिर उन्होंने मुझे फ़ोन किया कि सिस्टर मेरे पति को बहुत घबराहट हो रही है और वो बेचैन हो रहे हैं, पता नहीं इनको क्या हुआ है, बाहर का हुआ है कि क्या हुआ है। मैंने कहा कुछ डरो मत, कुछ नहीं हुआ है, वो सही है। और मैंने उनके साथ में फिर प्रार्थना की। वैसे ही प्रार्थना करते करते मैंने उनको बताया, अब मुझे बताइए आपके पति को कैसा लग रहा है। तो उन्होंने मुझे 10-15 मिनट के बाद फ़ोन करके बताया कि जैसे सिस्टर आपने प्रार्थना की और वैसे ही मेरे पति बहुत शांत हो गए। जो उनको घबराहट हो रही थी वो भी पूरी तरह से ख़त्म हो गई और अच्छी चैन की नींद वो सोए। इसलिए मैं परमेश्वर को धन्यवाद देती है। मैं धन्यवाद देती हूँ हमारे परमेश्वर के जन पास्टर अजय अग्रवाल को कि जो उन्होंने हमें हमेशा वचन से सिखाया और आगे बढ़ाया। वही हम हमारे मेंबर के साथ करते हैं तो उनके जीवन में भी बहुत चमत्कार होते हैं। थैंक यू पास्टर, सो मच पास्टर, आई लव यू। मत सोचिएगा कि आपने कोई गलती कर दी या आपने कुछ इतना बड़ा काम कर दिया कि परमेश्वर का प्रेम आपके लिए खत्म हो गया। और कभी मत होने दीजिएगा कि आप अपने आप को बेकार समझें। जब आप 24 घंटे प्रेम में चल रहे हो तो आप 24 घंटे किस में चल रहे हो? परमेश्वर की भरपूरी में। प्रेज द लॉर्ड, हालेलुया। अगर आपको उद्धार में चलना है तो आपको प्रेम करना पड़ेगा। प्रेज द लॉर्ड। तो प्रेम केवल मुंह का नहीं है, प्रेम में आप एक कदम उठाते हो। जैसे परमेश्वर ने जब हमसे प्रेम किया तो उसने कुछ किया। जो सम्मान परमेश्वर ने यीशु मसीह को दिया, जो मौका परमेश्वर ने यीशु मसीह को दिया, वही मौका उसने मुझे और आपको दिया है। हालेलुया। उसने हमें उसके पास बुला लिया। हालेलुया। उसने हमारा उसके बीच का जो संबंध टूट गया था उसको क्या कर दिया? जोड़ दिया। ग्लोरी। किसकी वजह से? प्रेम की वजह से। हालेलुया। मैं आदेश देता हूं बीमारी को उनके शरीरों से जाने का यीशु मसीह के नाम। मैं उन अशुद्ध आत्माओं को, उन दुर्बलता की आत्माओं को, उन बीमारी फैलाने वाली आत्माओं को आदेश देता हूं उनके शरीरों से जाने का और वापस नहीं आने का यीशु मसीह के नाम। मेरे जीवन का मकसद मेरे जीने का कारण तू ही, हाँ तू ही। मेरे जीवन का मकसद तू है, मेरे जीने का कारण तू है। मेरे जीवन का मकसद तू है, मेरे जीने का कारण तू है। मैं जीऊं या मरूं वो तेरे लिए है, तू मेरा प्रभु। मेरे जीवन का मकसद तू है, मेरे जीने का कारण तू है। मेरे जीवन का मकसद तू है, तू ही है। मेरे जीने का कारण तू है। पिछला सब भूल कर मैं आगे दौड़ा चलूं, जो मेरे लिए धन्य था उसको मैं त्याग दूं। पिछला सब भूल कर मैं
आगे दौड़ा चलूं, जो मेरे लिए धन था उसको मैं त्याग दूं, कि मैं पाऊं उससे पुरस्कार। दौड़ा मैं जाऊं, मैं पाऊं उससे पुरस्कार। दौड़ा मैं जाऊं, मैं जीऊं या मरूं, वो तेरे लिए है, तू मेरा प्रभु। मेरे जीवन का मकसद तू है, यीशु तू ही है, मेरे जीने का कारण तू है, मेरे जीवन का मकसद तू है, मेरे जीने का कारण तू है। मुझ पर हुई है कृपा, बेकार न जाने तू, जिसने मुझे है चुना, उसकी ओर मैं बढ़ूं। मुझ पर जो कृपा हुई उसे मैं बेकार नहीं जाने दूंगा, न जाने पूरा महाकरे, जिसने मुझे चुना है मैं उसकी ओर बढ़ूं। देखूं तेरी सलीब की ओर, खींचा मैं जाऊं, देखूं तेरी सलीब की ओर, खींचा मैं जाऊं, मैं जीऊं या मरूं, वो तेरे लिए है, तू मेरा प्रभु। मेरे जीवन का मकसद तू है, मेरे जीने का कारण तू है, और कोई नहीं, केवल तू। मेरे जीवन का मकसद है, मेरे जीने का कारण ओ यीशु तू ही है, केवल तू ही है, मेरे जीने का कारण तू है। हाँ तू ही और कोई नहीं। ਰੀ ਬ੍ਰਹਮਾ ਜ਼ੋਰੋ ਬੋਲੇ ਗ੍ਰਿਹੈ ਜ਼ਰਬੇ ਕੇ ਸਿੰਦਰਬੇ ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗੇ ਨਾ ਹੋ ਰੇ ਖੇਂਦਰੇ ਬਲੀ ਗ੍ਰਾਮਾਂਦਾ ਰਬਾ ਰਬਲ ਦਮਾ ਹੋ ਰਬਾ ਹਸਰ ਬਲੀ ਗ੍ਰਾਮਾਂਦਾ ਰਬਾ ਸ਼ੇਕੇ ਮੇ ਸੇਕਰੇ ਬੇ ਖੇਂਦਰਬੇ ਨਬਰਿਉਂਦਰੋ ਬਲੀ ਗ੍ਰਾਮਾਂਦਾ ਰਬਾ। ਉਹ ਪਿਤਾ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ, ਪ੍ਰਭੂ ਯੀਸ਼ੂ ਮਸੀਹ ਤੁਹਾਡਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡੀ ਦਇਆ ਵਾਸਤੇ, ਤੁਹਾਡੇ ਕਰਨਾ ਵਾਸਤੇ, ਧੰਨਵਾਦ ਕਰਦੇ ਹਾਂ ਪ੍ਰਭੂ ਉਸ ਸੁੰਦਰ ਜੀਵਨ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ, ਧੰਨਵਾਦ ਕਰਦੇ ਹਾਂ ਇਸ ਸਮੇਂ ਵਾਸਤੇ ਜੋ ਤੁਸੀਂ ਸਾਨੂੰ ਦਿੱਤਾ ਕਿ ਅਸੀਂ ਤੁਹਾਡੇ ਵਚਨਾਂ 'ਚੋਂ ਸਿੱਖੀਏ ਔਰ ਅੱਗੇ ਵਧੀਏ। ਧੰਨਵਾਦ ਪਵਿੱਤਰ ਆਤਮਾ ਜੀ ਤੁਹਾਡੀ ਹਜ਼ੂਰੀ ਵਾਸਤੇ, ਧੰਨਵਾਦ 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 ਕਰਦੇ ਹਾਂ, ਧੰਨਵਾਦ ਧੰਨਵਾਦ। ਅਸੀਂ ਕਹਿੰਦੇ ਹਾਂ ਸਾਡੇ ਕੋਲ ਸੁਣਨ ਵਾਲੇ ਕੰਨ, ਸਮਝਣ ਵਾਲਾ ਮਨ ਔਰ ਇੱਕ ਜੀਭ ਹੈ ਜੋ ਹਮੇਸ਼ਾ ਸਹੀ ਬੋਲਦੀ ਆ। ਸਾਡੇ ਨਾਲ ਗੱਲਬਾਤ ਕਰੋ ਪ੍ਰਭੂ, ਸਾਡੇ ਦਿਲ ਖੁੱਲ੍ਹੇ ਆ ਪ੍ਰੇਮ, ਆਸ਼ਾ ਔਰ ਵਿਸ਼ਵਾਸ ਦੇ ਨਾਲ ਗੱਲਬਾਤ ਕਰਨ ਵਾਸਤੇ। ਔਰ ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਪ੍ਰੇਜ਼ ਦ ਲਾਰਡ। ਬੈਠ ਸਕਦੇ ਹੋ ਤੁਸੀਂ। ਹਾਲੇਲੂਇਆ। ਔਰ ਸਾਡਾ ਮੈਸੇਜ ਕੀ ਆ? ਹਮੇਸ਼ਾ ਬੋਲ ਸਕਦੇ ਹੋ ਤੁਸੀਂ, ਹਮੇਸ਼ਾ।
ਔਰ ਅਗਰ ਤੁਸੀਂ ਪਹਿਲੀ ਵਾਰ ਆਏ ਆ ਤੁਸੀਂ ਸਮਝ ਰਹੇ ਹੋਗੇ ਹਮੇਸ਼ਾ ਕੀ ਹੈ। ਚਿੰਤਾ ਨਾ ਕਰੋ, ਤੁਸੀਂ ਸਮਝ ਜਾਓਗੇ। ਸਾਡਾ ਸੰਦੇਸ਼ ਕੀ ਆ? ਹਮੇਸ਼ਾ, ਕਿਉਂਕਿ ਪਰਮੇਸ਼ਰ ਹਮੇਸ਼ਾ ਸਾਨੂੰ ਵਧਦੇ ਹੋਏ ਜੀਵਨ ਦੇ ਵਿੱਚ ਲੈ ਕੇ ਆਇਆ। ਔਰ ਉਹਦੇ ਵਿੱਚ ਪਹਿਲਾ ਪੁਆਇੰਟ ਕੀ ਆ? ਹਮੇਸ਼ਾ ਵਾਧਾ ਹੋਇਆ ਵਿਸ਼ਵਾਸ। और दूसरा है हमेशा वाधा होया अनुग्रह, और तीसरा है हमेशा वाधा होया ज्ञान, चौथा है हमेशा वाधा होया प्रेम, और पंजवा है हमेशा वाधा होया दर्शन, और छेवां है हमेशा वाधी हुई सेवकाई, और सतवां की है हमेशा वाधी हुई महिमा। सोच के देखो, और परमेश्वर चाहुंदा असीं किदां दा जीवन जीए, हमेशा वाधी हुई महिमा। पर इस तो पहला कि तुसी हमेशा वाधी हुई महिमा का जीवन देखो, पहला पॉइंट की आ कि तुहानू अपने विश्वास नू वधाना। हमेशा वाधा होया विश्वास। जदों तुहाडा विश्वास वध जाएगा तुसी वड्डे काम कर पाओगे। और अपने विश्वास नू वधाना परमेश्वर दी नहीं, मेरी और तुहाडी खुद दी जिम्मेवारी आ। और बहुत आसान है। विश्वास किदां आंदा? परमेश्वर दे वचन नू सुन के। और अगर तुसी वड्डा काम करना चाहुंदे हो तो पहला की करो? परमेश्वर दे वचन नू सुनो और अपने विश्वास नू वधाओ। क्यों लोग परमेश्वर दी सेवा नहीं कर पाते? वो कहते हैं मैं स्टाफ नहीं बनना। एक ही आ अल्प विश्वासी। इन्हों ने कभी अपनी आत्मा दे विच परमेश्वर दे वचन नू पाया नहीं आ कि परमेश्वर दा स्टाफ बनना कितना महत्वपूर्ण है। उन्होंने की आ परमेश्वर का स्टाफ बनने में शर्म आती है, शर्म। और मैं कहना आओ जिन्होंने चीज़ों वास्ते उन्होंने खुश होने चाहिए उन्होंने चीज़ों वास्ते उन्होंने शर्म आ रही है। दुनिया वास्ते नौकरी करने वास्ते खुश है, एक अविश्वासी नूं वधा रहे हैं। और मैं अपना मन बनाया कि मैं किसी अविश्वासी की नौकरी नहीं करूँगा, मैं नौकरी करूँगा तो सिर्फ परमेश्वर की। सो इंपोर्टेंट। क्यों लोग गलत निर्णय लेंदे आ और अपना विश्वास नहीं वधा रहे? और अगर तुसी वड्डे काम करना चाहते आ तो अपने विश्वास नू वधाओ। प्रेज द लॉर्ड। पड़ोसी नू बोलो अपने विश्वास नू वधाओ, अपने विश्वास नू वधाओ। हमेशा वाधा होया विश्वास, हमेशा वाधे होए काम। प्रेज द लॉर्ड। बोलो हमेशा वाधा होया विश्वास और हमेशा वाधे होए काम। सिंपल है। तुहाडे काम की होंदे जाणगे? वाधे जाणगे। तुसीं अज 5 लोकां नूं जित्तिया, कल 50 जितोगे। अगर तुसीं 50 जित लए तो कल तुसीं 5000 जितोगे। तुहानूं की लगदा कि असीं क्यों इन्हें एडे वड्डे वड्डे प्रोग्रामां नूं प्लान करदे हां? क्योंकि असीं घर बैठ के बाइबल पढ़दे हां, वचन सुनदे हां। और जदों असीं वचन सुनदे हां, बाइबल पढ़दे हां, साडा विश्वास की आ? वाधदा जांदा। प्रेज द लॉर्ड। पड़ोसी नूं बोलो हमेशा वाधा होया विश्वास। और दूसरा की है? हमेशा वाधा होया अनुग्रह। कि तुहाडे जीवन 'च अनुग्रह वध सकदा? तुहानूं कल दे अनुग्रह विच जीण दी जरूरत नहीं है। तुसीं की कर सकदे हो? हर दिन ताज़ा अनुग्रह रिसीव कर सकदे हो। प्रेज द लॉर्ड। और अनुग्रह की हो सकदा? बहुत वड्डा, बहुत वड्डा। तुसीं बहुत वड्डा अनुग्रह ग्रहण कर सकदे हो। तुसीं एक वारी विच 10 कदम अगे वध सकदे हो। प्रेज द लॉर्ड। बोलो मैं एक वारी विच 10 कदम अगे वध सकदा, एक वारी विच 100 कदम अगे वध सकदा। सो हमेशा वाधा होया अनुग्रह। क्योंकि हर काम वास्ते की चाहिए? अनुग्रह। और तुसी की कर सकते हो? वधिया होया अनुग्रह ग्रहण कर सकते हो। तुहानू अपनी सामर्थ दे नाल संघर्ष करने की जरूरत नहीं है जदों तुसी अनुग्रह दे नाल काम कर सकते हो। प्रेज द लॉर्ड। बोलो मैं हुणे ही, खुश होकर बोलो मैं हुणे ही वधिया होया अनुग्रह ग्रहण करदा। वड्डे होए कामां नू करन दा, मैं वड्डे कामां नू करन दा वधिया होया अनुग्रह ग्रहण करदा। प्रेज द लॉर्ड। हालेलुया। सही है। तीसरा असी शुरुआत करांगे दूसरा पतरस 3 अध्याय 18वां वचन। तीसरा पॉइंट है पर साडे प्रभु अते मुक्तिदाते यीशु मसीह दी कृपा अते ज्ञान विच वाधे जाओ, उस दी वडियाई हुण अते जुगन युग हुंदी रहे। आमीन। वो की कह रहा? तुसी परमेश्वर दी पहचान विच वाधे जाओ। तो साडा जो यीशु मसीह दा ज्ञान है वो सीमित नहीं हो सकता। इस ज्ञान नू लगातार वधन की जरूरत है। प्रेज द लॉर्ड। वो कह रहा साडे प्रभु और उद्धारकर्ता यीशु मसीह के ज्ञान दे विच वाधे जाओ। कि यीशु मसीह के विषय विच तुहाडा ज्ञान वध रहा? किते इदां तो नहीं है कि जो तुसीं यीशु मसीह नूं जानदे सीगे ते यीशु मसीह नूं तुसीं कहंदे सी यीशु मसीह मेरा पापा, यीशु मसीह मेरा पापा, और 5 साल तो बाद भी यीशु मसीह तुहाडा पापा ही आ। तुहानूं पता नहीं लगा कि पिता अलग वा, यीशु मसीह अलग है और पवित्र आत्मा अलग है। यीशु मसीह का ज्ञान जिन्ना तुहाडा यीशु मसीह का ज्ञान वध रहा उन्ना अनुग्रह वध रहा। प्रेज द लॉर्ड। तां बोलो हमेशा वाधा होया ज्ञान। किहदा ज्ञान? यीशु मसीह का हमेशा वाधा होया ज्ञान। सो इंपोर्टेंट। इनू वधाना साडी जिम्मेवारी आ। जो अज साडा ज्ञान है असीं उहदे विच बैठे नहीं रह सकदे। प्रेज द लॉर्ड।
ਔਰ ਜਦੋਂ ਸਾਡਾ ਗਿਆਨ ਵਧੇਗਾ ਤਾਂ ਕੀ ਹੋਏਗਾ? ਕੁਲੂਸੀਓ ਪਹਿਲਾ ਅਧਿਆਇ 10ਵਾਂ ਵਚਨ, ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਵਰ ਦੀ ਪਹਿਚਾਣ ਵਿੱਚ ਵਧਦੇ ਰਹੋ। ਜਦੋਂ ਤੁਸੀਂ ਪਰਮੇਸ਼ਵਰ ਦੀ ਪਹਿਚਾਣ ਵਿੱਚ ਵਧਦੇ ਜਾਓਗੇ ਤਾਂ ਤੁਹਾਡੇ ਫਲ ਵਧਦੇ ਜਾਣਗੇ। ਪ੍ਰੇਜ਼ ਦਾ ਲਾਰਡ। ਇਨਸਾਨ ਉਦੋਂ ਅੱਗੇ ਨਹੀਂ ਵਧਦਾ ਜਦੋਂ ਮਿਹਨਤ ਕਰਦਾ। ਇਹ ਉਹ ਰਹੱਸ ਹੈ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਲੋਕ ਕਹਿੰਦੇ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ, ਬਿਜ਼ਨਸ ਅੱਗੇ ਕਿਉਂ ਨਹੀਂ ਵਧ ਰਿਹਾ? 2 ਨੌਕਰੀਆਂ ਕਰ ਰਹੇ ਹਾਂ, ਫਿਰ ਵੀ ਜ਼ਿੰਦਗੀ ਅੱਗੇ ਕਿਉਂ ਨਹੀਂ ਵਧ ਰਹੀ? ਕਿਉਂ? ਕਿਉਂਕਿ ਜ਼ਿੰਦਗੀ 2 ਨੌਕਰੀਆਂ ਕਰਨ ਨਾਲ ਅੱਗੇ ਨਹੀਂ ਵਧਦੀ। ਜ਼ਿੰਦਗੀ ਕਦੋਂ ਅੱਗੇ ਵਧਦੀ ਆ? ਜਦੋਂ ਤੁਸੀਂ ਯਿਸੂ ਮਸੀਹ ਨੂੰ ਪਹਿਚਾਨਦੇ ਹੋ। ਇੰਨੀ ਆਸਾਨ ਹੈ ਜ਼ਿੰਦਗੀ, ਤਾਂ ਕਿ ਤੁਹਾਡਾ ਚਾਲ ਚੱਲਣ ਪ੍ਰਭੂ ਦੇ ਯੋਗ ਹੋਵੇ ਔਰ ਉਹ ਤੁਹਾਡੇ ਤੋਂ ਪ੍ਰਸੰਨ ਹੋਵੇ, ਤੁਹਾਡੇ ਵਿੱਚ ਹਰ ਪ੍ਰਕਾਰ ਦੇ ਭਲੇ ਕੰਮਾਂ ਦਾ ਫਲ ਲੱਗੇ ਔਰ ਤੁਸੀਂ ਪਰਮੇਸ਼ਰ ਦੀ ਪਹਿਚਾਣ ਵਿੱਚ ਵਧਦੇ ਜਾਓ। ਅਗਰ ਤੁਹਾਡੇ ਕੋਲ ਸਵਾਲ ਹੈ ਕਿ ਮੈਂ ਅੱਗੇ ਨਹੀਂ ਵਧ ਰਿਹਾ ਤਾਂ ਮੈਂ ਜਵਾਬ ਦੇ ਰਿਹਾ, ਤਾਂ ਯਿਸੂ ਮਸੀਹ ਦੀ ਪਹਿਚਾਣ ਵਿੱਚ ਵਧਦੇ ਜਾਓ। ਤੁਸੀਂ ਪਹਿਚਾਣ 'ਚ ਵਧੋਗੇ, ਆਲਰੇਡੀ ਤੁਹਾਡੇ ਫਲ ਵੱਧ ਜਾਣਗੇ। ਲੋਕ ਕਹਿੰਦੇ ਆ ਪਾਸਟਰ ਜੀ ਮੈਂ ਕੀ ਕਰਾਂ ਬਿਜ਼ਨਸ ਵਧਾਉਣ ਵਾਸਤੇ? ਯਿਸੂ ਮਸੀਹ ਨੂੰ ਜ਼ਿਆਦਾ ਜਾਣ ਲਓ। ਪ੍ਰੇਜ਼ ਦਾ ਲਾਰਡ। ਹਾਲੇਲੂਇਆ, ਹਾਲੇਲੂਇਆ। ਕਈ ਲੋਕ ਕਹਿੰਦੇ ਉਹ ਪਾਸਟਰ ਜੀ ਮੇਰੀ ਘਰ ਵਿੱਚ ਕੋਈ ਸੁਣਦਾ ਨਹੀਂ ਆ। ਮੈਂ ਕਹਿੰਦਾ ਯਿਸੂ ਮਸੀਹ ਨੂੰ ਜਾਣ ਲਓ, ਲੋਕ ਸੁਣਨਾ ਸ਼ੁਰੂ ਹੋ ਜਾਣਗੇ। ਮੈਂ ਕਹਿੰਦਾ ਤੁਹਾਡੇ ਘਰ ਵਿੱਚ ਤੁਹਾਡੀ ਨਹੀਂ ਸੁਣਦੇ, ਪਰ ਮੈਂ ਕਹਿੰਦਾ ਲੱਖਾਂ ਲੋਕ ਮੇਰੀ ਸੁਣਦੇ ਆ, ਜਿਨ੍ਹਾਂ ਦਾ ਮੈਂ ਕੋਈ ਰਿਸ਼ਤੇਦਾਰ ਵੀ ਨਹੀਂ ਹੈ। ਸੋਚ ਕੇ ਦੇਖੋ ਤੁਸੀਂ ਮੇਰੀ ਕਿਉਂ ਸੁਣ ਰਹੇ ਹੋ? ਮੈਂ ਤੁਹਾਡਾ ਰਿਸ਼ਤੇਦਾਰ ਥੋੜੀ ਹਾਂ। ਕੋਈ ਤਾਂ ਕਾਰਨ ਹੈ ਕਿ ਤੁਸੀਂ ਮੇਰੀ ਸੁਣ ਰਹੇ ਹੋ। ਤਾਂ ਜਿੱਦਾਂ ਜਿੱਦਾਂ ਤੁਹਾਡੀ ਪਹਿਚਾਣ ਵੱਧਦੀ ਜਾਏਗੀ ਤੁਹਾਡੇ ਫਲ ਵੱਧਦੇ ਜਾਣਗੇ। ਪ੍ਰੇਜ਼ ਦ ਲਾਰਡ, ਹਾਲੇਲੂਇਆ। और ये पहचान किया गहराई वाला ज्ञान। गहराई वाला ज्ञान ज्ञान की हुंदा जाना गहरा। ਤਾਂ ਜਿਸ ਤਰ੍ਹਾਂ ਤੁਸੀਂ ਕਾਰਪੈਂਟਰ ਹੋ ਤਾਂ ਪਹਿਲੇ ਦਿਨ ਤੁਹਾਨੂੰ ਕਾਰਪੈਂਟਰੀ ਬਾਰੇ ਜ਼ਿਆਦਾ ਪਤਾ ਨਹੀਂ ਹੁੰਦਾ। ਤੁਹਾਨੂੰ ਇਹ ਲੱਗਦਾ ਸਿਰਫ ਰੰਦਾ ਚਲਾਉਣਾ ਵਾ, ਲੇਕਿਨ ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ ਕਿ ਡੰਡਾ ਕਿੱਦਾਂ ਦਾ ਹੁੰਦਾ, ਸਿੱਧਾ ਡੰਡਾ ਕਿੱਦਾਂ ਹੁੰਦਾ ਵਾ, ਰੰਦਾ ਕਿੱਦਾਂ ਚਲਾਉਂਦਾ। ਤੁਹਾਡਾ ਗਿਆਨ ਹੌਲੀ ਹੌਲੀ ਵੱਧਦਾ ਜਾਂਦਾ। ਉਸੇ ਤਰ੍ਹਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ 5 ਸਾਲ ਪਹਿਲਾਂ ਵੀ ਯਿਸੂ ਮਸੀਹ ਪਾਪਾ ਤਾਂ ਅੱਜ ਵੀ ਪਾਪਾ। ਤੁਹਾਡਾ ਪਰਮੇਸ਼ਵਰ ਦਾ ਗਿਆਨ ਕੀ ਹੋਣਾ ਚਾਹੀਦਾ? ਗਹਿਰਾ। ਸਮਝ ਆ ਰਿਹਾ ਤੁਹਾਨੂੰ? ਜਿਸ ਤਰ੍ਹਾਂ ਕਾਰਪੈਂਟਰੀ ਦਾ ਗਿਆਨ ਵੱਧਦਾ ਜਾ ਰਿਹਾ, ਤੁਸੀਂ ਸੁਨਾਰ ਦਾ ਕੰਮ ਕਰਦੇ ਆ ਤਾਂ ਸੁਨਾਰ ਦਾ ਗਿਆਨ ਵੱਧਦਾ ਜਾ ਰਿਹਾ। ਅਗਰ ਤੁਸੀਂ ਵੈਲਡਰ ਹੋ ਤਾਂ ਤੁਹਾਡੀ ਵੈਲਡਿੰਗ ਦਾ ਗਿਆਨ ਵੱਧਦਾ ਜਾ ਰਿਹਾ, ਕਿਉਂਕਿ ਗਿਆਨ ਜਾਂ ਤਾਂ ਵੱਧ ਸਕਦਾ ਜਾਂ ਘਟ ਸਕਦਾ। ਗਿਆਨ ਜਿੱਥੇ ਹੈਗਾ ਉੱਥੇ ਨਹੀਂ ਰਹਿ ਸਕਦਾ। ਕਿਸ ਨੂੰ ਇਹ ਲੱਗ ਸਕਦਾ ਕਿ ਮੇਰਾ ਗਿਆਨ ਉੱਥੇ ਹੀ ਹੈ? ਨਹੀਂ, ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਗਿਆਨ ਉੱਥੇ ਆ, ਪਰ ਅਗਰ ਤੁਸੀਂ ਆਪਣੇ ਗਿਆਨ ਨੂੰ ਵਧਾਇਆ ਨਹੀਂ ਤਾਂ ਪੂਰੇ ਚਾਂਸਸ ਹੈ ਕਿ ਤੁਹਾਡਾ ਗਿਆਨ ਘਟ ਗਿਆ ਹੋਏਗਾ, ਕਿਉਂਕਿ ਦੁਨੀਆ ਦੀ ਚੁਣੌਤੀਆਂ ਆਉਣਗੀਆਂ ਔਰ ਤੁਹਾਡੇ ਗਿਆਨ ਤੇ ਹਮਲਾ ਕਰਨਗੀਆਂ ਔਰ ਹਮਲਾ ਕਰਕੇ ਤੁਹਾਡੇ ਗਿਆਨ ਨੂੰ ਖੋਲਣਗੀਆਂ। ਇਹੀ ਕਾਰਨ ਹੈ ਕਿ ਲੋਕ ਕਹਿੰਦੇ ਆ ਉਹ ਪਾਸਟਰ ਜੀ ਜਦੋਂ ਮੈਂ ਸ਼ੁਰੂ ਵਿੱਚ ਆਇਆ ਸੀ ਮੈਂ ਪ੍ਰਾਰਥਨਾ ਕਰਦਾ ਸੀ, ਚਮਤਕਾਰ ਹੋ ਜਾਂਦੇ ਸੀ, ਹੁਣ ਕਿਉਂ ਨਹੀਂ ਹੁੰਦੇ? ਕਿਉਂ? ਕਿਉਂਕਿ ਤੁਹਾਡੇ ਗਿਆਨ ਤੇ ਕੀ ਹੋਇਆ? ਹਾਲਾਤਾਂ ਨੇ ਕੀ ਮਾਰ ਦਿੱਤਾ? ਹਮਲਾ। ਤੁਹਾਨੂੰ ਕੀ ਲੱਗਦਾ ਕਿ ਗਿਆਨ ਓਨਾ ਹੀ ਹੈ? ਨਹੀਂ, ਗਿਆਨ ਘਟ ਗਿਆ, ਕਿਉਂਕਿ ਤੁਸੀਂ ਗੰਭੀਰਤਾ ਨਾਲ ਆਪਣੇ ਗਿਆਨ ਨੂੰ ਵਧਾਇਆ ਨਹੀਂ। ਕਿਉਂਕਿ ਗਿਆਨ ਇੱਕ ਜਗ੍ਹਾ ਤੇ ਨਹੀਂ ਰਹਿ ਸਕਦਾ, ਕਿਉਂਕਿ ਦੁਨੀਆ ਉੱਤੇ ਕੀ ਕਰੇਗੀ? ਹਮਲਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਹੈਲੋ। ਸਾਨੂੰ ਬਚਪਨ 'ਚ ਕੀ ਲੱਗਦਾ ਕਿ ਮੰਮੀ ਡੈਡੀ ਸਾਡੇ ਨਾਲ ਬਹੁਤ ਪਿਆਰ ਕਰਦੇ ਆ, ਫਿਰ ਪਤਾ ਲੱਗਦਾ ਮੰਮੀ ਡੈਡੀ ਪਿਆਰ ਨਹੀਂ ਕਰਦੇ, ਕਿਉਂਕਿ ਸਾਡਾ ਗਿਆਨ ਬਦਲਣਾ ਸ਼ੁਰੂ ਹੋ ਜਾਂਦਾ। ਕਿੰਨੇ ਲੋਕ ਸਮਝਦੇ ਆ? ਸਾਡੇ ਦੋਸਤ ਕੀ ਕਹਿੰਦੇ ਆ? ਉਹ ਮਾਂ ਪਿਓ ਦੀ ਜ਼ਿਆਦਾ ਨਾ ਸੁਣ, ਮਾਂ ਪਿਓ ਜ਼ਿਆਦਾ ਪਿਆਰ ਨਹੀਂ ਕਰਦੇ। ਬਚਪਨ 'ਚ ਕੀ ਪਤਾ ਸੀਗਾ ਕਿ ਮੰਮੀ ਡੈਡੀ ਸਾਡੇ ਨਾਲ ਬਹੁਤ ਪਿਆਰ ਕਰਦੇ ਆ? ਸਾਡੇ ਗਿਆਨ ਤੇ ਕੀ ਹੋ ਰਿਹਾ? ਹਮਲਾ। ਤਾਂ ਗਿਆਨ ਕੀ ਹੋ ਜਾ ਰਿਹਾ? ਬਦਲਦਾ ਜਾ ਰਿਹਾ। ਕਿ ਉਹਨੇ ਗਿਆਨ ਹੈ? ਨਹੀਂ, ਗਿਆਨ ਘਟ ਗਿਆ। ਅਗਰ ਤੁਸੀਂ ਯਿਸੂ ਮਸੀਹ ਦੇ ਵਿਸ਼ੇ ਵਿੱਚ ਆਪਣਾ ਗਿਆਨ ਨਹੀਂ ਵਧਾਓਗੇ ਤਾਂ ਤੁਹਾਡਾ ਗਿਆਨ ਘਟ ਰਿਹਾ, ਕਿਉਂਕਿ ਦੁਨੀਆ ਤੁਹਾਡੇ ਗਿਆਨ ਤੇ ਕੀ ਕਰੇਗੀ? ਹਮਲਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਤਾਂ ਇਸ ਗਿਆਨ ਨੂੰ ਕੀ ਹੋਣਾ? ਲਗਾਤਾਰ ਵਧਦੇ ਜਾਣਾ। ਪਰ ਸਵਾਲ ਇਹ ਆ ਕਿ ਇਸ ਗਿਆਨ ਨੂੰ ਵਧਾਉਣ ਵਾਸਤੇ ਤੁਸੀਂ ਕੀ ਛੱਡਣ ਵਾਸਤੇ ਤਿਆਰ ਹੋ? ਇਹ ਗਿਆਨ ਆਪਣੇ ਆਪ ਤਾਂ ਵਧੇਗਾ ਨਹੀਂ। ਕੀ ਤੁਸੀਂ ਟੀਵੀ ਛੱਡਣ ਵਾਸਤੇ ਤਿਆਰ ਹੋ? ਕੀ ਤੁਸੀਂ ਬਕਵਾਸ ਦੀਆਂ ਗੱਲਾਂ ਛੱਡਣ ਵਾਸਤੇ ਤਿਆਰ ਹੋ? ਪੜੋਸੀ ਨੂੰ ਬੋਲੋ ਕੀ ਛੱਡ ਸਕਦੇ ਹੋ? ਬੋਲੋ ਕੀ ਛੱਡਣ ਵਾਸਤੇ ਤਿਆਰ ਹੋ? ਪ੍ਰੇਜ਼ ਦ ਲਾਰਡ, ਹਾਲੇਲੂਇਆ। ਸੁਣ ਰਹੇ ਹੋ ਤੁਸੀਂ? ਤਾਂ ਗਿਆਨ ਨੂੰ ਕੀ ਹੋਣਾ? ਗਹਿਰਾ। ਪਰ ਸਵਾਲ ਇਹ ਆ ਕਿ ਤੁਸੀਂ ਕੀ ਛੱਡਣ ਵਾਸਤੇ ਤਿਆਰ ਹੋ? ਆਪਾਂ ਪੜਾਂਗੇ 2 ਪਤਰਸ ਪਹਿਲਾ ਅਧਿਆਇ 2 ਵਚਨ।
ਪਰਮੇਸ਼ਰ ਅਤੇ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਗਿਆਨ ਦੇ ਰਾਹੀਂ ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ। ਸੋਚ ਕੇ ਦੇਖੋ ਕਿੰਨਾ ਆਸਾਨ ਹੈ ਜੀਵਨ। ਪ੍ਰੇਜ਼ ਦ ਲਾਰਡ। ਪਰ ਪਤਾ ਨਹੀਂ ਲੋਕਾਂ ਨੇ ਇੰਨਾ ਮੁਸ਼ਕਲ ਕਿਉਂ ਬਣਾਤਾ। ਸਿੰਪਲ ਪਹਿਚਾਨ ਹੋ ਗਈ ਤਾਂ ਅਨੁਗ੍ਰਹਿ ਆਪਣੇ ਆਪ ਵੱਧਦਾ ਜਾਏਗਾ, ਸ਼ਾਂਤੀ ਆਪਣੇ ਆਪ ਵੱਧ ਜਾਏਗੀ। ਪ੍ਰੇਜ਼ ਦ ਲਾਰਡ। ਉਹਨੇ ਇਹ ਨਹੀਂ ਕਿਹਾ ਪਹਿਲਾਂ ਪਹਿਚਾਨ ਵਧਾਓ ਫਿਰ ਅਨੁਗ੍ਰਹਿ ਵਧਾਓ ਫਿਰ ਸ਼ਾਂਤੀ ਵਧਾਓ। ਉਹਨੇ ਕਿਹਾ ਪਹਿਚਾਨ ਵਿੱਚ ਵਧੂਗੇ ਤਾਂ ਅਨੁਗ੍ਰਹਿ ਆਪਣੇ ਆਪ ਵੱਧ ਜਾਏਗਾ, ਪਹਿਚਾਨ 'ਚ ਵਧੂਗੇ ਤਾਂ ਸ਼ਾਂਤੀ ਆਪਣੇ ਆਪ ਵੱਧ ਜਾਏਗੀ। ਸਿੰਪਲ, ਇੱਕ ਦੇ ਨਾਲ ਦੋ ਫ੍ਰੀ 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 ਫ੍ਰੀ। ਪ੍ਰੇਜ਼ ਦ ਲਾਰਡ। ਪਰ ਸਵਾਲ ਇਹ ਹੈ ਕਿ ਤੁਸੀਂ ਕੀ ਛੱਡਣ ਵਾਸਤੇ ਤਿਆਰ ਹੋ? ਕੀ ਛੱਡਣ ਵਾਸਤੇ ਤਿਆਰ ਹੋ? ਪ੍ਰੇਜ਼ ਦ ਲਾਰਡ। ਕੀ ਤੁਸੀਂ ਟੀਵੀ ਛੱਡਣ ਵਾਸਤੇ ਤਿਆਰ ਹੋ? ਪ੍ਰੇਜ਼ ਦ ਲਾਰਡ। ਹਾਲੇਲੂਇਆ। ਤਾਂ ਸਵਾਲ ਇਹ ਆ ਕਿ ਤੁਸੀਂ ਕੀ ਛੱਡਣ ਨੂੰ ਤਿਆਰ ਹੈ? ਦੂਸਰਾ ਤਿਮੋਥੀਅਸ 2 ਅਧਿਆਇ 15ਵਾਂ ਵਚਨ। ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪ੍ਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਯਤਨ ਕਰ ਜਿਹਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸੱਚਾਈ ਦੇ ਵਚਨ ਦਾ ਯਥਾਰਥ ਵਿਆਖਿਆ ਕਰਨ ਵਾਲਾ ਹੋਵੇ। ਮੈਂ ਤੁਹਾਨੂੰ ਇੱਕ ਕਹਾਣੀ ਦੱਸੀ ਕਿ ਇੱਕ ਚਰਚ ਚੱਲ ਰਿਹਾ ਸੀ ਔਰ ਚਰਚ ਤੋਂ ਬਾਅਦ ਪਾਸਟਰ ਨੇ ਕਿਹਾ ਜਿੰਨੇ ਵੀ ਬੋਰਡ ਮੈਂਬਰ ਹੈ ਉਹ ਬਾਹਰ ਜਾ ਕੇ ਇੰਤਜ਼ਾਰ ਕਰਨ। ਔਰ ਜਦੋਂ ਚਰਚ ਖਤਮ ਹੋਇਆ ਸਾਰੇ ਬੋਰਡ ਦੇ ਮੈਂਬਰ ਆ ਗਏ। ਇੱਕ ਆਦਮੀ ਨਵਾਂ ਬੈਠਾ ਸੀਗਾ ਔਰ ਪਾਸਟਰ ਜੀ ਨੇ ਕਿਹਾ ਤੂੰ ਤਾਂ ਬੋਰਡ ਦਾ ਮੈਂਬਰ ਨਹੀਂ ਹੈ। ਉਹ ਕਹਿੰਦਾ ਨਹੀਂ, ਮੈਨੂੰ ਸੁਣਾਈ ਦਿੱਤਾ ਕਿ ਜਿੰਨੇ ਬੋਰਡ ਮੈਂਬਰ ਹੈ ਆ ਜਾਣ। ਤਾਂ ਕੁਛ ਲੋਕ ਇੱਦਾਂ ਦੇ ਹੀ ਆ, ਵਚਨ ਕੁਛ ਕਹਿ ਰਿਹਾ ਔਰ ਇਹ ਕੁਛ ਕਹਿ ਰਿਹਾ। ਪ੍ਰੇਜ਼ ਦ ਲਾਰਡ। ਪਾਸਟਰ ਨੇ ਬੋਲਿਆ ਵਚਨ ਇਸ ਤਰ੍ਹਾਂ ਦਾ, ਉਹ ਆਪਣਾ ਹੀ ਸੁਣਾਈ ਜਾ ਰਹੇ ਆ। ਯਰੂਸ਼ਲਮ ਮਾਤਾ ਉਹ ਸਭ ਤੋਂ ਉੱਪਰ ਹੈ, ਉਹ ਸਾਡੀ ਮਾਤਾ। ਮੈਂ ਕਿਹਾ ਯਾਰ ਇਹ ਅੱਛਾ। ਪ੍ਰੇਜ਼ ਦ ਲਾਰਡ। ਤਾਂ ਤੁਸੀਂ ਵਚਨ ਦੇ ਮਾਮਲੇ ਵਿੱਚ ਗਿਆਨੀ ਨਹੀਂ ਹੋ ਸਕਦੇ। ਪ੍ਰੇਜ਼ ਦ ਲਾਰਡ। ਸੁਣ ਰਹੇ ਹੋ ਤੁਸੀਂ ਕੀ ਲਿਖਿਆ? ਆਪਣੇ ਆਪ ਨੂੰ ਪਰਮੇਸ਼ਵਰ ਦਾ ਗ੍ਰਹਿਣ ਯੋਗਿਆ ਠਹਿਰਾਓ। ਤੁਹਾਡੇ ਉੱਪਰ ਉਹ ਸਟੈਂਪ ਹੋਣੀ ਚਾਹੀਦੀ ਆ। ਲੋਕਾਂ ਨੂੰ ਤੁਹਾਡੇ ਜੀਵਨ ਨੂੰ ਦੇਖਣ ਕੇ ਪਤਾ ਲੱਗਣਾ ਚਾਹੀਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ। ਤੁਸੀਂ ਗਲਤ ਗਿਆਨ ਨਹੀਂ ਦੇ ਸਕਦੇ, ਤੁਸੀਂ ਗਲਤ ਤਰੀਕੇ ਨਾਲ ਚੀਜ਼ਾਂ ਨਹੀਂ ਸਮਝ ਸਕਦੇ। ਯੂ ਗੋਟ ਟੂ ਸਟੱਡੀ। ਤੁਹਾਨੂੰ ਬੈਠ ਕੇ ਵਚਨ ਪੜ੍ਹਨਾ ਪਏਗਾ, ਵਚਨ ਨੂੰ ਸਮਝਣਾ ਪਏਗਾ। ਜੋ ਤੁਸੀਂ ਵਚਨ ਪੜ੍ਹ ਰਹੇ ਹੋ ਉਹਦੇ ਵਾਸਤੇ ਪਾਸਟਰ ਕ੍ਰਿਸ ਬਹੁਤ ਪਹਿਲਾਂ ਵਚਨ ਕਹਿ ਚੁੱਕੇ ਆ। ਜਾ ਕੇ ਉਹਨਾਂ ਸੰਦੇਸ਼ਾਂ ਨੂੰ ਸੁਣੋ, PCDL ਵਿੱਚ ਜਾਓ। ਉਹਨਾਂ ਸੰਦੇਸ਼ਾਂ ਨੂੰ ਸੁਣ ਕੇ ਤੁਹਾਨੂੰ ਸਮਝ ਵਿੱਚ ਆਏਗਾ ਕਿ ਇਹਨਾਂ ਸੰਦੇਸ਼ਾਂ ਦਾ ਅਸਲੀ ਮਤਲਬ ਕੀ ਹੈ। ਨਹੀਂ ਤਾਂ ਤੁਸੀਂ ਗਲਤ ਮਤਲਬ ਕੱਢੋਗੇ ਔਰ ਤੁਹਾਨੂੰ ਕੀ ਹੋਣਾ ਪਏਗਾ? ਲੱਜਿਆਵਾਨ। ਤੁਸੀਂ ਲੱਜਿਤ ਨਹੀਂ ਹੋ ਸਕਦੇ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਫਿਲਿੱਪੀਓ 3 ਅਧਿਆਇ 7ਵਾਂ ਔਰ 8ਵਾਂ ਵਚਨ। ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ। ਪ੍ਰੇਜ਼ ਦ ਲਾਰਡ। ਜਿਨ੍ਹਾਂ ਚੀਜ਼ਾਂ ਨੂੰ ਕਰਨ ਦਾ ਤੁਹਾਨੂੰ ਮਜ਼ਾ ਆਉਂਦਾ ਸੀਗਾ, ਤੁਹਾਨੂੰ ਆਨੰਦ ਆਉਂਦਾ ਸੀਗਾ, ਉਹਨਾਂ ਚੀਜ਼ਾਂ ਦੇ ਕਾਰਨ ਤੁਹਾਡਾ ਸਮਾਂ ਜਾ ਰਿਹਾ ਸੀਗਾ ਔਰ ਹੁਣ ਤੁਸੀਂ ਕਹਿੰਦੇ ਆ ਕਿ ਮੈਂ ਉਹਨਾਂ ਚੀਜ਼ਾਂ ਨੂੰ ਨਹੀਂ ਕਰੂੰਗਾ। ਇਹ ਮੇਰੇ ਵਾਸਤੇ ਕੀ ਹੋ ਗਈਆਂ? ਮਸੀਹ ਦੇ ਕਾਰਨ ਹਾਨੀ। ਕਿਉਂਕਿ ਤੁਹਾਡਾ ਸੁਪਨਾ ਬਦਲ ਗਿਆ। ਤੁਹਾਡਾ ਸੁਪਨਾ ਕੀ ਆ? ਯੀਸ਼ੂ ਮਸੀਹ ਨੂੰ ਪਹਿਚਾਨਣਾ। ਪ੍ਰੇਜ਼ ਦ ਲਾਰਡ। ਵਾਟ ਅ ਬਿਊਟੀਫੁਲ ਡ੍ਰੀਮ। ਅਗਰ ਤੁਸੀਂ ਆਪਣੀ ਜ਼ਿੰਦਗੀ ਬਣਾਉਣੀ ਆ ਤਾਂ ਪਰਮੇਸ਼ਵਰ ਦੇ ਨਾਲ ਬਣਾਓ। ਕਿਹਦੇ ਨਾਲ? ਪਰਮੇਸ਼ਵਰ ਦੇ ਨਾਲ। ਕਿਸੇ ਇਨਸਾਨ ਤੇ ਭਰੋਸਾ ਨਾ ਕਰੋ। ਇਹ ਬੱਚੇ ਜਿਨ੍ਹਾਂ ਵਾਸਤੇ ਤੁਸੀਂ ਮਰਦੇ ਹੋ, ਤੁਸੀਂ ਕਹਿੰਦੇ ਹੋ ਮੇਰੇ ਬੱਚੇ ਮੇਰੇ ਬੱਚੇ ਮੇਰੇ ਬੱਚੇ। ਇਹਨੂੰ 14 ਸਾਲ ਦਾ ਹੋਣ ਦਿਓ, ਤੁਹਾਨੂੰ ਕਹੇਗਾ ਮੰਮੀ ਮੇਰੇ ਕਮਰੇ 'ਚ ਨਾ ਆਓ, ਇਹ ਮੇਰੇ ਇਕੱਲੇ ਦਾ ਕਮਰਾ। ਨਹੀਂ ਪਤਾ, ਨਹੀਂ ਪਤਾ। ਇਹ ਬੱਚੇ 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 ਇਹ ਬੱਚੇ ਆ ਜਿਨ੍ਹਾਂ ਵਾਸਤੇ ਤੁਸੀਂ ਯੀਸ਼ੂ ਮਸੀਹ ਨੂੰ ਜਾਣਿਆ ਨਹੀਂ ਆ ਔਰ ਇਹੀ ਬੱਚੇ ਆ ਜਿਹੜੇ ਆਪਣੀ ਜ਼ਿੰਦਗੀ ਵਿੱਚੋਂ ਕੱਢਣ ਵਾਸਤੇ ਤੁਹਾਨੂੰ ਤਿਆਰ ਖੜੇ ਆ। ਇਹਦੇ ਵਿੱਚ ਬੁਰਾ ਮੰਨਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਜ਼ਿੰਦਗੀ ਇੱਦਾਂ ਦੀ ਆ। ਪ੍ਰੇਜ਼ ਦ ਲਾਰਡ। ਜ਼ਿੰਦਗੀ ਇੱਦਾਂ ਹੀ ਆ। ਜਿਨ੍ਹਾਂ ਬੱਚਿਆਂ ਦੀ ਵਜ੍ਹਾ ਨਾਲ ਤੁਸੀਂ ਚਰਚ ਨਹੀਂ ਗਏ, ਜਿਨ੍ਹਾਂ ਬੱਚਿਆਂ ਦੀ ਵਜ੍ਹਾ ਨਾਲ ਤੁਸੀਂ ਬਾਈਬਲ ਨਹੀਂ ਪੜ੍ਹੀ, ਕਿਉਂ? ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਕਿ ਆਪਣੀ ਜ਼ਿੰਦਗੀ ਬਣਾਉਣੀ ਹੈ ਤਾਂ ਕਿਤੇ ਬਣਾਓ? ਯੀਸ਼ੂ ਮਸੀਹ ਤੇ। ਯੀਸ਼ੂ ਮਸੀਹ ਤੇ। ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹਾਂ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਸੁਣ ਰਹੇ ਹੋ ਤੁਸੀਂ? ਸੋ ਬਿਲਡ ਯੂਰ ਲਾਈਫ ਪ੍ਰੋਪਰਲੀ। ਲੋਕਾਂ ਦੇ ਨਾਲ ਆਪਣੀ ਜ਼ਿੰਦਗੀ ਨਾ ਬਣਾਓ। ਕਿਹਦੇ ਨਾਲ ਬਣਾਓ? ਪਰਮੇਸ਼ਵਰ ਦੇ ਨਾਲ, ਯੀਸ਼ੂ ਮਸੀਹ ਨਾਲ। ਉਹ ਕੀ ਕਹਿੰਦਾ ਕਿ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸੀਗੀਆਂ ਉਹਨਾਂ ਨੂੰ ਮੈਂ ਕੀ ਸਮਝ ਲਿਆ? ਹਾਨੀ। ਨੈਕਸਟ ਉਹ ਕੀ ਕਹਿ ਰਿਹਾ? ਸਗੋਂ ਮਸੀਹ ਯੀਸ਼ੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ, ਹਾਲੇਲੂਇਆ, ਸਾਰੀਆਂ ਗੱਲਾਂ ਨੂੰ ਹਾਨੀ ਸਮਝਦਾ।
ਉਹ ਕੀ ਕਹਿ ਰਿਹਾ? ਮੈਂ ਸਾਰੀਆਂ ਗੱਲਾਂ ਨੂੰ ਕੀ ਸਮਝਦਾ? ਹਾਨੀ। ਔਰ ਮੈਨੂੰ ਕੀ ਚਾਹੀਦਾ? ਯੀਸ਼ੂ ਮਸੀਹ ਦੀ ਪਹਿਚਾਨ ਦੀ ਗਹਿਰਾਈ, ਉਚਾਈ। ਮੈਨੂੰ ਉਹਦੀ ਪਹਿਚਾਨ ਵਿੱਚ ਅੱਗੇ ਵਧਣਾ। ਉਹ ਗੱਲਾਂ ਜਿਹੜੀਆਂ ਮੈਨੂੰ ਪਸੰਦ ਸੀ ਮੈਂ ਉਹਨਾਂ ਨੂੰ ਛੱਡ ਦਿੱਤਾ। ਮੈਨੂੰ ਦੋਸਤਾਂ ਨਾਲ ਘੁੰਮਣਾ ਪਸੰਦ ਸੀ, ਮੈਂ ਉਹਨਾਂ ਨੂੰ ਛੱਡ ਦਿੱਤਾ। ਮੈਨੂੰ ਮਜ਼ਾਕ ਕਰਨਾ ਪਸੰਦ ਸੀ, ਮੈਂ ਉਹਨੂੰ ਛੱਡ ਦਿੱਤਾ। ਕਿਉਂ? ਹੁਣ ਮੇਰਾ ਸੁਪਨਾ ਕੀ ਆ? ਯੀਸ਼ੂ ਮਸੀਹ ਨੂੰ ਪਹਿਚਾਨਣਾ, ਜਿਹਦੇ ਕਾਰਨ ਮੈਂ ਸਾਰੀਆਂ ਗੱਲਾਂ ਦਾ ਨੁਕਸਾਨ ਝੱਲਿਆ। ਹੁਣ ਮੈਂ ਉਹਨਾਂ ਨੂੰ ਕੂੜਾ ਸਮਝਦਾ। ਪ੍ਰੇਜ਼ ਦ ਲਾਰਡ। ਤਾਂ ਕਿ ਮੈਂ ਮਸੀਹ ਨੂੰ ਖੱਟ ਲਵਾਂ। ਹਾਲੇਲੂਇਆ। ਸਵਾਲ ਇਹ ਆ ਕਿ ਵਧੇ ਹੋਏ ਗਿਆਨ ਵਾਸਤੇ ਤੁਸੀਂ ਕੀ ਛੱਡਣਾ ਚਾਹੁੰਦੇ ਹੋ? ਸੁਣਦੇ ਹੋ ਤੁਸੀਂ ਕੀ ਛੱਡ ਸਕਦੇ ਹੋ? ਤੁਸੀਂ ਕੀ ਛੱਡ ਸਕਦੇ ਹੋ? ਆਪਣੇ ਆਪ ਨੂੰ ਪੁੱਛਣਾ ਤੁਸੀਂ ਕਿਹੜੀਆਂ ਗੱਲਾਂ ਯੀਸ਼ੂ ਮਸੀਹ ਨੂੰ ਪਹਿਚਾਨਣ ਵਾਸਤੇ ਛੱਡਣ ਲਈ ਤਿਆਰ ਹੋ? ਕਿਉਂਕਿ ਕੁਛ ਤਾਂ ਛੱਡਣਾ ਪਏਗਾ। ਕਿਉਂਕਿ ਜਿੱਦਾਂ ਤੁਸੀਂ ਜ਼ਿੰਦਗੀ ਜੀ ਰਹੇ ਸੀਗੇ, ਤੁਸੀਂ ਯੀਸ਼ੂ ਮਸੀਹ ਵਿੱਚ ਆਪਣੀ ਪਹਿਚਾਨ ਨੂੰ ਵਧਾ ਨਹੀਂ ਸਕਦੇ। ਗੋਟ ਟੂ ਲੀਵ। ਮੈਨੂੰ ਨਹੀਂ ਪਤਾ ਤੁਹਾਡਾ ਕੀ ਪੈਸ਼ਨ ਸੀ, ਪਰ ਯੀਸ਼ੂ ਮਸੀਹ ਦੀ ਪਹਿਚਾਨ ਵਾਸਤੇ ਤੁਹਾਨੂੰ ਕੁਝ ਚੀਜ਼ਾਂ ਛੱਡਣੀਆਂ ਪੈਣਗੀਆਂ। ਪ੍ਰੇਜ਼ ਦ ਲਾਰਡ। ਕਿਉਂਕਿ ਹਰ ਸਮਾਂ ਜਿਹੜਾ ਤੁਸੀਂ ਯੀਸ਼ੂ ਮਸੀਹ ਨਾਲ ਬਿਤਾਉਂਦੇ ਹੋ ਉਹ ਤੁਹਾਨੂੰ ਅਨੰਤ ਮਹਿਮਾ ਦਿੰਦਾ। ਹਾਲੇਲੂਇਆ। ਤੁਹਾਡੀ ਆਤਮਾ ਵਿੱਚ ਬਦਲਾਵ ਆਉਂਦਾ। ਹੋਰ ਕੋਈ ਕੰਮ ਨਹੀਂ ਆ ਜਿਹਦੇ ਨਾਲ ਤੁਹਾਡੀ ਆਤਮਾ ਵਿੱਚ ਬਦਲਾਵ ਆਉਂਦਾ, ਸਿਵਾਏ ਜਦੋਂ ਤੁਸੀਂ ਯੀਸ਼ੂ ਮਸੀਹ ਨੂੰ ਜਾਣ ਰਹੇ ਹੋ, ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਰਹੇ ਹੋ। ਇਹੀ ਉਹ ਚੀਜ਼ ਹੈ ਜਦੋਂ ਤੁਹਾਡੇ ਅੰਦਰ ਬਦਲਾਵ ਆਉਂਦਾ। ਤੇ ਲੋਕ ਕਹਿੰਦੇ ਆ ਕਿ ਆਈ ਹੈਵ ਸਮ ਮਾਈ ਟਾਈਮ। ਉਹ ਕਹਿੰਦੇ ਆ ਮੇਰੇ ਕੋਲ ਸਾਡੇ ਵਾਸਤੇ ਸਮੇਂ ਆ। ਤੁਸੀਂ ਉਹੀ ਸਮੇਂ ਨੂੰ ਆਪਣਾ ਸਮਾਂ ਕਹਿ ਸਕਦੇ ਹੋ ਜਿਹੜਾ ਸਮਾਂ ਤੁਸੀਂ ਯੀਸ਼ੂ ਮਸੀਹ ਨੂੰ ਜਾਣਨ ਵਾਸਤੇ ਬਿਤਾਇਆ। ਇਹੀ ਸਮਾਂ ਸੀਗਾ ਜਦੋਂ ਤੁਸੀਂ ਕੀ ਹੋਇਆ? ਅੱਗੇ ਵਧੇ। That was the real my time. Praise the Lord. ਫਿਲਿੱਪੀਓ 3:10। ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹਦੀਆਂ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ ਕਿ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਅੱਪੜ ਪਾਵਾਂ। ਪ੍ਰੇਜ਼ ਦ ਲਾਰਡ। ਉਹ ਕੀ ਕਹਿ ਰਿਹਾ? ਮੈਂ ਉਸ ਗਹਿਰਾਈ ਨੂੰ ਜਾਣਾ, ਰੈਜ਼ਰੈਕਸ਼ਨ ਦੀ ਪਾਵਰ ਨੂੰ ਜਾਣਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਤਾਂ ਉਹਨੂੰ ਜਾਣਨਾ ਕੀ ਬਣ ਜਾਂਦਾ? ਤੁਹਾਡਾ ਸੁਪਨਾ। ਤੁਸੀਂ ਕਦੀ ਵੀ ਉਹਨੂੰ ਜਾਣ ਕੇ ਸੰਤੁਸ਼ਟ ਨਹੀਂ ਹੁੰਦੇ, ਕਿਉਂਕਿ ਯੀਸ਼ੂ ਮਸੀਹ ਦੇ ਵਿਸ਼ੇ ਵਿੱਚ ਜਾਣਨ ਵਾਸਤੇ ਬਹੁਤ ਕੁਝ ਹੈ। ਯੀਸ਼ੂ ਮਸੀਹ ਨੂੰ ਜਾਣਨ ਵਾਸਤੇ ਪੂਰੀ ਜ਼ਿੰਦਗੀ ਵੀ ਕਾਫੀ ਨਹੀਂ ਹੈ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਔਰ ਇੱਥੋਂ ਅਗਲੀ ਚੀਜ਼ ਆਉਂਦੀ ਆ ਕਿ ਜਦੋਂ ਤੁਸੀਂ ਉਹਨੂੰ ਜਾਣ ਲੈਂਦੇ ਹੋ ਔਰ ਤੁਹਾਡੇ ਵਾਸਤੇ ਉਹਦਾ ਪ੍ਰੇਮ ਵੱਧ ਜਾਂਦਾ, ਔਰ ਤੁਹਾਡੇ ਵਿੱਚ ਕੀ ਸ਼ੁਰੂ ਹੋ ਜਾਂਦਾ? ਹਮੇਸ਼ਾ ਵਾਧਾ ਹੋਇਆ ਪ੍ਰੇਮ। ਚੌਥਾ ਪੁਆਇੰਟ ਕੀ ਹੋ ਜਾਂਦਾ? ਹਮੇਸ਼ਾ ਵਾਧਾ ਹੋਇਆ ਪ੍ਰੇਮ। ਤੁਸੀਂ ਅਜਿਹੀ ਜਗ੍ਹਾ ਤੇ ਆ ਜਾਂਦੇ ਹੋ ਜਿੱਥੇ ਨਫ਼ਰਤ ਤੁਹਾਨੂੰ ਪਤਾ ਹੀ ਨਹੀਂ। ਜਦੋਂ ਲੋਕ ਮੇਰੇ ਨਾਲ ਲੜਦੇ ਆ, ਮੈਂ ਕਿਸੇ ਨਾਲ ਲੜਦਾ ਨਹੀਂ ਆ। ਕਿਸੇ ਨਾਲ ਮੈਂ ਗੱਲ ਕਰ ਰਿਹਾ ਸੀ ਔਰ ਮੈਂ ਦੱਸ ਰਿਹਾ ਸੀ ਕਿਸੇ ਨੇ ਮੇਰੇ ਨਾਲ ਕਿੱਦਾਂ ਗੱਲ ਕੀਤੀ। ਪਾਸਟਰ ਜੀ ਇਹ ਤਾਂ ਗਲਤ ਤਰੀਕਾ ਗੱਲ ਕਰਨ ਦਾ। ਮੈਨੂੰ ਵਿਸ਼ਵਾਸ ਹੈ ਤੁਹਾਨੂੰ ਬੁਰਾ ਨਹੀਂ ਲੱਗਾ ਹੋਏਗਾ। ਮੈਂ ਕਿਹਾ ਭਾਈ ਬੁਰਾ ਲੱਗਣ ਦਾ ਟਾਈਮ ਖਤਮ ਹੋ ਗਿਆ। ਇੱਥੇ ਮੈਨੂੰ ਬੁਰਾ ਲੱਗੇ ਔਰ ਰੈਪਚਰ ਹੋ ਜਾਏ ਫਿਰ ਕੀ ਹੋਊ? ਜ਼ਿਆਦਾ ਬੁਰਾ ਕੀ ਆ? ਰੈਪਚਰ ਤੋਂ ਰਹਿ ਜਾਣਾ ਕਿ ਰੈਪਚਰ ਵਿੱਚ ਚਲੇ ਜਾਣਾ? ਚੰਗਾ ਕੀ ਆ? ਰੈਪਚਰ ਵਿੱਚ ਚਲੇ ਜਾਣਾ ਜਾਂ ਰਹਿ ਜਾਣਾ? ਅਗਰ ਮੈਂ ਕਿਸੇ ਨਾਲ ਗੁੱਸਾ ਕਰ ਲਵਾਂ ਔਰ ਉਸੇ ਵੇਲੇ ਰੈਪਚਰ ਹੋ ਜਾਏ, ਮੇਰਾ ਤਾਂ ਕਲਿਆਣ ਹੋ ਗਿਆ ਭਾਈ। ਤਾਂ ਮੈਂ ਆਪਣਾ ਮਨ ਬਣਾਇਆ ਭਾਈ ਸਾਰੇ ਚੰਗੇ ਆ। ਤਾਂ ਅਗਰ ਤੁਸੀਂ ਥੱਪੜ ਵੀ ਮਾਰ ਦੋ ਤਾਂ ਮੈਂ ਕਹੂੰਗਾ ਭਾਈ ਦੂਜਾ ਮਾਰਨਾ, ਮੈਂ ਤਾਂ ਜਾ ਰਿਹਾ ਭਾਈ। ਮੈਂ ਬੁਰਾ ਨਹੀਂ ਮੰਨੂਗਾ, ਕਿਉਂਕਿ ਬੁਰਾ ਮੰਨਣ ਦਾ ਟਾਈਮ ਕੀ ਹੋ ਗਿਆ? ਖਤਮ। ਗੁੱਸਾ ਕਰਨ ਦਾ ਟਾਈਮ ਕੀ ਹੋ ਗਿਆ? ਖਤਮ। ਬੁਰਾਈ ਕਰਨ ਦਾ ਟਾਈਮ ਕੀ ਹੋ ਗਿਆ? ਖਤਮ। ਅਗਰ ਉਸੇ ਵੇਲੇ ਰੈਪਚਰ ਹੋ ਗਿਆ ਤਾਂ ਮੇਰੇ ਤੇ ਮਿਸ ਹੋ ਗਈ ਨਾ ਫਸਟ ਫਲਾਈਟ। ਇੱਕ ਤਾਂ ਮੈਂ ਤੁਹਾਡੇ ਨਾਲ ਲੜਾਂ ਔਰ ਆਪਣੀ ਫਸਟ ਫਲਾਈਟ ਵੀ ਮਿਸ ਕਰ ਦਵਾਂ। ਮੈਂ ਇੰਨਾ ਬੇਵਕੂਫ ਨਹੀਂ ਹੈ। ਤੁਹਾਡੇ ਕੋਲ ਕੀ ਹੁੰਦਾ? ਹਮੇਸ਼ਾ ਵਾਧਾ ਹੋਇਆ ਪ੍ਰੇਮ। ਜਿੱਦਾਂ ਤੁਸੀਂ ਯਿਸੂ ਮਸੀਹ ਨੂੰ ਜਾਣ ਲੈਂਦੇ ਹੋ, ਤੁਹਾਡਾ ਕੀ ਹੋ ਜਾਂਦਾ? ਪ੍ਰੇਮ ਤੁਹਾਡਾ ਹੌਲਮਾਰਕ ਬਣ ਜਾਂਦਾ। You got to be so conscious. Praise the Lord. Hallelujah. ਪਹਿਲਾ ਥੈਸਲੋਨੀਕੀਓ 3 ਅਧਿਆਇ 12ਵਾਂ ਵਚਨ। ਅਤੇ ਪ੍ਰਭੂ ਤੁਹਾਡੇ ਇੱਕ ਦੂਜੇ ਨਾਲ ਅਤੇ ਸਭਨਾ ਮਨੁੱਖਾਂ ਨਾਲ ਪ੍ਰੇਮ ਕਰਨ ਨੂੰ ਵਧਾਵੇ ਅਤੇ ਬਹੁਤਾ ਕਰੇ, ਜਿਵੇਂ ਅਸੀਂ ਵੀ ਤੁਹਾਡੇ ਨਾਲ। ਸਾਰੇ ਬੋਲੋ ਆਮੇਨ। ਤਾਂ ਤੁਹਾਡੇ ਕੋਲ ਕੀ ਹੋਏਗਾ? ਹਮੇਸ਼ਾ ਵਾਧਾ ਹੋਇਆ ਪ੍ਰੇਮ। You start to believe best of everyone. ਤੁਹਾਨੂੰ ਹਰੇਕ ਦੇ ਵਿੱਚ ਚੰਗਾਈ ਨਜ਼ਰ ਆਉਂਦੀ ਆ। ਤੁਸੀਂ ਹਰ ਇੱਕ ਇਨਸਾਨ ਦੀ ਚੰਗਾਈ ਲੱਭ ਰਹੇ ਹੋ। ਤੁਹਾਨੂੰ ਨਹੀਂ ਪਤਾ ਉਹਦੇ ਅੰਦਰ ਕੀ ਕਮੀ ਆ। ਪ੍ਰੇਜ਼ ਦ ਲਾਰਡ।
ਤੁਸੀਂ ਸਿਰਫ ਅੱਛਾਈ ਲੱਭ ਰਹੇ ਹੋ ਔਰ ਉਹਨੂੰ ਯਾਦ ਦਿਲਾ ਰਹੇ ਹੋ ਉਹਦੀ ਅੱਛਾਈ, ਤਾਂ ਕਿ ਤੁਸੀਂ ਉਹਦੇ ਨਾਲ ਕੀ ਕਰ ਸਕੋ? ਪ੍ਰੇਮ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਸੁਣ ਰਹੇ ਤੁਸੀਂ? ਕੀ ਕਰੋ? ਪ੍ਰੇਮ। ਪ੍ਰਭੂ ਐਦਾਂ ਕਰੇ ਕਿ ਜਿੱਦਾਂ ਅਸੀਂ ਤੁਹਾਡੇ ਨਾਲ ਪ੍ਰੇਮ ਰੱਖਦੇ ਹਾਂ, ਉਸੇ ਤਰ੍ਹਾਂ ਤੁਹਾਡਾ ਪ੍ਰੇਮ ਵੀ ਆਪਸ ਵਿੱਚ ਸਾਰੇ ਮਨੁੱਖਾਂ ਨਾਲ ਵਧੇ ਔਰ ਤਰੱਕੀ ਕਰਦਾ ਜਾਵੇ, ਕਿਉਂਕਿ ਸਾਡੇ ਕੋਲ ਸ਼ਮਤਾ ਹੈ ਕਿ ਸਾਡਾ ਪ੍ਰੇਮ ਵੱਧ ਸਕਦਾ। ਪ੍ਰੇਜ਼ ਦ ਲਾਰਡ। ਅਗਰ ਤੁਸੀਂ ਮੈਨੂੰ ਕਦੀ ਵੀ ਮਿਲੋ ਤਾਂ ਮੈਂ ਅੱਜ ਤੁਹਾਡੇ ਨਾਲੋਂ ਕੱਲ੍ਹ ਤੋਂ ਜ਼ਿਆਦਾ ਪ੍ਰੇਮ ਕਰਦਾ। ਤੁਹਾਨੂੰ ਮਹਿਸੂਸ ਹੋਏਗਾ, ਤੁਹਾਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਪਾਸਟਰ ਕੱਲ੍ਹ ਤੋਂ ਜ਼ਿਆਦਾ ਮੇਰੇ ਤੋਂ ਨਫ਼ਰਤ ਕਰਨਗੇ। ਨਹੀਂ, ਕਿਉਂਕਿ ਜਿੱਦਾਂ ਜਿੱਦਾਂ ਮੈਂ ਯੀਸ਼ੂ ਮਸੀਹ ਨੂੰ ਜਾਣ ਰਿਹਾ, ਉਹਦੇ ਬੱਚਿਆਂ ਵਾਸਤੇ ਮੇਰਾ ਪ੍ਰੇਮ ਵੱਧਦਾ ਜਾ ਰਿਹਾ, ਜਿਹਦੇ ਵਾਸਤੇ ਯੀਸ਼ੂ ਮਸੀਹ ਮਰ ਗਿਆ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਇਹ ਕਿੱਦਾਂ ਹੋ ਸਕਦਾ ਕਿ ਮੈਂ ਯੀਸ਼ੂ ਮਸੀਹ ਨਾਲ ਪ੍ਰੇਮ ਕਰਾਂ ਔਰ ਉਹਦੇ ਬੱਚਿਆਂ ਨਾਲ ਨਫ਼ਰਤ ਕਰਾਂ? ਮੈਂ ਨਹੀਂ ਕਰ ਸਕਦਾ। ਹਾਲੇਲੂਇਆ। ਅਗਰ ਤੁਸੀਂ ਪ੍ਰੇਮ 'ਚ ਵਧੋਗੇ ਤਾਂ ਕੀ ਹੋਣ ਵਾਲਾ? ਫਿਲਿੱਪੀਓ ਪਹਿਲਾ ਅਧਿਆਇ 9ਵਾਂ ਵਚਨ। ਅਤੇ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਪ੍ਰੇਮ ਸਮਝ ਅਤੇ ਸਭ ਪ੍ਰਕਾਰ ਦੇ ਵਿਵੇਕ ਨਾਲ ਹੋਰ ਤੋਂ ਹੋਰ ਵੱਧਦਾ ਚਲਿਆ ਜਾਵੇ। ਨੈਕਸਟ, ਕਿ ਤੁਸੀਂ ਚੰਗੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਜਦੋਂ ਮਸੀਹ ਦਾ ਪ੍ਰੇਮ ਤੁਹਾਡੇ ਅੰਦਰ ਵੱਧ ਜਾਏਗਾ, ਤੁਸੀਂ ਕੇਵਲ ਚੰਗੀਆਂ ਗੱਲਾਂ ਨੂੰ ਦੇਖੋਗੇ ਜੋ ਮੈਂ ਤੁਹਾਡੇ ਨਾਲ ਹੁਣ ਕਿਹਾ। ਸਹੀ ਦੇਖਣਾ ਤੁਹਾਡੇ ਵਾਸਤੇ ਆਸਾਨ ਹੋ ਜਾਏਗਾ। ਲੋਕਾਂ ਨੂੰ ਪ੍ਰੇਮ ਕਰਨਾ ਤੁਹਾਡੇ ਵਾਸਤੇ ਆਸਾਨ ਹੋ ਜਾਏਗਾ। ਲੋਕਾਂ ਦਾ ਸਰਵਸ਼੍ਰੇਸ਼ਟ ਮੰਨਣਾ ਤੁਹਾਡੇ ਵਾਸਤੇ ਆਸਾਨ ਹੋ ਜਾਏਗਾ। ਪ੍ਰੇਜ਼ ਦ ਲਾਰਡ। ਇੱਥੋਂ ਤੱਕ ਕਿ ਤੁਸੀਂ ਚੰਗੀਆਂ ਗੱਲਾਂ ਨੂੰ ਪਸੰਦ ਕਰੋ ਔਰ ਮਸੀਹ ਦੇ ਦਿਨ ਤੱਕ ਸੱਚੇ ਬਣੇ ਰਹੋ। ਉਹ ਕਿਹਦੀ ਗੱਲ ਕਰ ਰਿਹਾ? ਰੈਪਚਰ ਦੀ। ਔਰ ਠੋਕਰ ਨਾ ਖਾਓ। ਪ੍ਰੇਜ਼ ਦ ਲਾਰਡ। ਇਹ ਉਹ ਜ਼ਿੰਦਗੀ ਆ ਜਿਹਦੇ ਵਿੱਚ ਪਰਮੇਸ਼ਰ ਨੇ ਸਾਨੂੰ ਬੁਲਾਇਆ। ਇਹ ਯੋਗਤਾ ਆਲਰੇਡੀ ਸਾਡੇ ਅੰਦਰ ਹੈ। ਸਾਡਾ ਵਿਸ਼ਵਾਸ ਹਮੇਸ਼ਾ ਵਧਦਾ ਰਹੇਗਾ। ਸਾਡੇ ਉੱਪਰ ਅਨੁਗ੍ਰਹਿ ਹਮੇਸ਼ਾ ਵਧੇਗਾ। ਸਾਡਾ ਗਿਆਨ ਹਮੇਸ਼ਾ ਵਧੇਗਾ ਔਰ ਸਾਡਾ ਪ੍ਰੇਮ ਹਮੇਸ਼ਾ ਵੱਧ ਸਕਦਾ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗੇ ਔਰ ਗੈਰ ਭਾਸ਼ਾ 'ਚ ਪ੍ਰਾਰਥਨਾ ਕਰਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਰੀਸ਼ਾ ਤੇਲੇ ਰੇ ਬਮਾਂਦਰਬਾ Montra la raba mondrebe seklere kendrebe ligra mandaraba hintra la hita la raba badere litra na dolore shekelere hintra la raba mondraba ligra huzerebe ke sendrebe bondrebe lila baro khedrebe ligra mandaraba sheke masolo robo khondrobo ligra mandaraba ila raba mondraba ligro huzerebe ligra mandaraba nabriondrobo ligra mandaraba logro masheke meseke lerebe kendrebe ligra mandaraba litra malara khondrobo ligra mandaraba lerebe bere sekebe sekebe kendrebe ligra mandaraba litra malara khondrobo hila raba khondrobo seke mesho ਸੇਖੇ ਮਸ਼ੋਲੋ ਰੋਬੋ ਖੁੰਦਰੋ। ਪ੍ਰਾਰਥਨਾ ਕਰਾਂਗੇ, ਆਪਣੇ ਘਰ ਵਾਲਿਆਂ ਵਾਸਤੇ ਪ੍ਰਾਰਥਨਾ ਕਰਾਂਗੇ, ਆਪਣੇ ਰਿਸ਼ਤੇਦਾਰਾਂ ਦਾ ਨਾਮ ਲੈ ਕੇ ਪ੍ਰਾਰਥਨਾ ਕਰਾਂਗੇ ਉਹਨਾਂ ਦੇ ਉद्धार ਵਾਸਤੇ। ਕਿਉਂਕਿ ਉਹਨਾਂ ਦੀਆਂ ਸਮਝ ਦੀਆਂ ਅੱਖਾਂ ਖੁੱਲ ਰਹੀਆਂ, ਉਹਨਾਂ ਦੀਆਂ ਸਮਝ ਦੀਆਂ ਅੱਖਾਂ ਖੁੱਲ ਰਹੀਆਂ, ਉਹਨਾਂ ਦਾ ਉद्धार ਹੋ ਰਿਹਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਪਿਤਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਉਹਨੇ ਸਾਰੇ ਨਾਮਾਂ ਵਾਸਤੇ ਜੋ ਅਸੀਂ ਇੱਥੇ ਲਏ ਆ। ਅਸੀਂ ਸਾਰੇ ਆਪਣੇ ਵਿਸ਼ਵਾਸ ਨੂੰ ਇੱਕ ਦੂਜੇ ਦੇ ਵਿਸ਼ਵਾਸ ਨਾਲ ਜੋੜਦੇ ਹਾਂ, ਇੱਕ ਦੂਜੇ ਦੇ ਘਰ ਵਾਲਿਆਂ ਵਾਸਤੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ, ਅਸੀਂ ਜਿੰਨੇ ਵੀ ਨਾਮ ਇੱਥੇ ਲਏ ਆ ਉਹਨਾਂ ਸਾਰਿਆਂ ਦਾ ਉद्धार ਹੋ ਰਿਹਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਔਰ ਜਿਨ੍ਹਾਂ ਦੇ ਨਾਮ ਅਸੀਂ ਭੁੱਲ ਚੁੱਕੇ ਹਾਂ, ਅਸੀਂ ਉਹਨਾਂ ਦਾ ਵੀ ਉद्धार ਬੋਲਦੇ ਹਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਧੰਨਵਾਦ ਕਰਦੇ ਹਾਂ ਪ੍ਰਭੂ, ਧੰਨਵਾਦ ਕਰਦੇ ਹਾਂ ਪਰਮੇਸ਼ਰ, ਤੁਹਾਡਾ ਅਨੁਗ੍ਰਹਿ ਉਹਨਾਂ ਉੱਪਰ ਹੋ ਰਿਹਾ। ਔਰ ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ, ਆਮੇਨ। ਪ੍ਰੇਜ਼ ਦ ਲਾਰਡ। ਜ਼ੋਰ ਨਾਲ ਤਾਲੀ ਵਜਾ ਸਕਦੇ ਆ। ਅਗਰ ਤੁਸੀਂ ਪਹਿਲੀ ਵਾਰ ਆਏ ਆ ਤਾਂ ਅਸੀਂ ਤੁਹਾਡਾ ਸਵਾਗਤ ਕਰਨਾ ਚਾਹਾਂਗੇ। ਤੁਸੀਂ ਖੜੇ ਹੋ ਸਕਦੇ ਹੋ। ਕਿਰਪਾ ਕਰਕੇ ਜੋ ਪਹਿਲੀ ਵਾਰ ਆਏ ਆ, ਜ਼ੋਰ ਨਾਲ ਤਾਲੀ ਵਜਾਵਾਂਗੇ ਔਰ ਇਹਨਾਂ ਦਾ ਸਵਾਗਤ ਕਰਾਂਗੇ। ਔਰ ਮੈਂ ਵਿਸ਼ਵਾਸ ਕਰਦਾ ਜੋ ਤੁਸੀਂ ਸੁਣਿਆ ਤੁਸੀਂ ਚਾਹੋਗੇ ਕਿ ਤੁਹਾਡਾ ਜੀਵਨ ਉੱਦਾਂ ਦਾ ਹੋਵੇ। ਇਹ ਸਮਾਂ ਹੈ ਕਿ ਮੈਂ ਚਾਹੁੰਦਾ ਕਿ ਤੁਸੀਂ ਯੀਸ਼ੂ ਮਸੀਹ ਨੂੰ ਆਪਣੇ ਪ੍ਰਭੂ ਦੇ ਰੂਪ ਦੇ ਵਿੱਚ ਗ੍ਰਹਿਣ ਕਰੋ ਤਾਂ ਕਿ ਤੁਸੀਂ ਵੀ ਇਸ ਹਮੇਸ਼ਾ ਵਾਲੇ ਵੱਧਦੇ ਵਾਲੇ ਜੀਵਨ ਦੇ ਭਾਗ ਬਣ ਜਾਓ। ਤਾਂ ਛੋਟੀ ਜਿਹੀ ਪ੍ਰਾਰਥਨਾ ਵਾ, ਆਪਣੀ ਅੱਖਾਂ ਨੂੰ ਬੰਦ ਕਰਾਂਗੇ ਔਰ ਇਸ ਪ੍ਰਾਰਥਨਾ ਨੂੰ ਮੇਰੇ ਪਿੱਛੇ ਆਪਣੇ ਮੂੰਹ ਨਾਲ ਬੋਲਾਂਗੇ। ਹੇ ਪਿਆਰੇ ਪਿਤਾ, ਮੈਂ ਵਿਸ਼ਵਾਸ ਕਰਦਾ ਯੀਸ਼ੂ ਮਸੀਹ ਵਿੱਚ, ਪਰਮੇਸ਼ਰ ਦੇ ਪੁੱਤਰ ਵਿੱਚ। ਮੈਂ ਵਿਸ਼ਵਾਸ ਕਰਦਾ ਕਿ ਉਹ ਮੈਨੂੰ ਬਚਾਉਣ ਵਾਸਤੇ ਕਰੂਸ ਤੇ ਮਰਿਆ ਔਰ ਪਰਮੇਸ਼ਰ ਨੇ ਉਹਨੂੰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅੱਜ ਮੈਂ ਆਪਣੇ ਮੂੰਹ ਨਾਲ ਇਹ ਘੋਸ਼ਣਾ ਕਰਦਾ ਕਿ ਯੀਸ਼ੂ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਮੇਰਾ ਪ੍ਰਭੂ ਹੈ, ਮੇਰਾ ਸਵਾਮੀ ਹੈ। ਅੱਜ ਤੋਂ ਮੈਂ ਬਚ ਗਿਆ ਔਰ ਅੱਜ ਤੋਂ ਮੈਂ ਪਰਮੇਸ਼ਰ ਦੀ ਸੰਤਾਨ ਹੈ। ਅੱਜ ਤੋਂ
ਸ਼ੈਤਾਨ ਦਾ ਮੇਰੇ ਉੱਪਰ ਕੋਈ ਵੀ ਅਧਿਕਾਰ ਨਹੀਂ ਹੈ। ਧੰਨਵਾਦ ਪਿਤਾ ਪਰਮੇਸ਼ਵਰ ਮੈਨੂੰ ਬਚਾਉਣ ਵਾਸਤੇ, ਯੀਸ਼ੂ ਦੇ ਨਾਮ ਵਿੱਚ ਆਮੇਨ। ਤਾਲੀ ਵਜਾ ਸਕਦੇ ਇਹਨਾਂ ਵਾਸਤੇ, ਪ੍ਰੇਜ਼ ਦਾ ਲਾਰਡ। ਇਸ ਤੋਂ ਪਹਿਲਾਂ ਤੁਸੀਂ ਬੈਠੋ, ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਾਂਗੇ। ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਤੁਹਾਡੇ ਬੱਚਿਆਂ ਵਾਸਤੇ ਜਿਨ੍ਹਾਂ ਨੇ ਅੱਜ ਆਪਣਾ ਜੀਵਨ ਤੁਹਾਨੂੰ ਦਿੱਤਾ। ਮੈਂ ਪ੍ਰਾਰਥਨਾ ਕਰਦਾ ਕਿ ਯੀਸ਼ੂ ਮਸੀਹ ਦਾ ਨਾਮ ਇਹਨਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਬਣਿਆ ਰਹੇਗਾ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਸ਼ੈਤਾਨ ਦਾ ਇਹਨਾਂ ਉੱਪਰ ਕੋਈ ਵੀ ਦਾਵਾ ਜਾਂ ਕਬਜ਼ਾ ਨਹੀਂ ਹੈ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਹਨਾਂ ਨੂੰ ਆਸ਼ੀਸ਼ ਦਿੰਦਾ, ਤੁਹਾਡੀ ਬੁੱਧੀ ਦੇ ਦੁਆਰਾ, ਤੁਹਾਡੀ ਸਮਝ ਦੇ ਦੁਆਰਾ, ਤੁਹਾਡੇ ਪ੍ਰੇਮ ਦੇ ਦੁਆਰਾ, ਤੁਹਾਡੇ ਅਨੁਗ੍ਰਹ ਦੇ ਦੁਆਰਾ ਔਰ ਤੁਹਾਡੇ ਆਤਮਾ ਦੇ ਦੁਆਰਾ ਮੈਂ ਘੋਸ਼ਣਾ ਕਰਦਾ ਕਿ ਆਸ਼ੀਸ਼ਿਤ ਹੈ ਔਰ ਹੁਣ ਤੋਂ ਆਪਣੇ ਜੀਵਨ ਦੇ ਵਿੱਚ ਇਹ ਤੁਹਾਡੀਆਂ ਆਸ਼ੀਸ਼ਾਂ ਨੂੰ ਦੇਖਣਗੇ। ਸ਼ੈਤਾਨ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਪਾਏਗਾ। ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੇਨ। ਪ੍ਰੇਜ਼ ਦਾ ਲਾਰਡ। ਜ਼ੋਰ ਨਾਲ ਤਾਲੀ ਵਜਾ ਸਕਦੇ ਇਹਨਾਂ ਵਾਸਤੇ। और इस समय अपनी पेंट, अपना दसवंध, अपनी पार्टनरशिप और अपने खास बीज ਨੂੰ ਬੋਂਦਾ ਅਸੀਂ ਆਪਣੀ ਕੁਆਰ ਦਾ ਸਵਾਗਤ ਕਰਾਂਗੇ। ਜ਼ੋਰ ਨਾਲ ਤਾਲੀ ਵਜਾਵਾਂਗੇ। Praise the Lord। केवल यीशु मसीह प्रभु है। हाँ, हर घुटना टेकता है, हर जीभ अंगीकार करती है और कहती है कि यीशु मसीह प्रभु है। हालेलुया। वो है प्रभु, वो है प्रभु, आमेन। मृत्यु से जी उठा वो है प्रभु, हर घुटना टिकता, जीभ अंगीकार करती कि यीशु है प्रभु। वो है प्रभु, वो है प्रभु, वो है प्रभु, आमेन। मृत्यु से जी उठा वो है प्रभु, हर घुटना टिकता, जीभ अंगीकार करती कि यीशु है प्रभु। वो है प्रभु, वो है प्रभु, आमेन। मृत्यु से जी उठा वो है प्रभु, हर घुटना टिकता, जीभ अंगीकार करती कि यीशु मसीह है प्रभु, कि यीशु मसीह है प्रभु। हाँ, यीशु मसीह है प्रभु। महिमा ਆਪਣੇ ਹੱਥਾਂ ਨੂੰ ਉਠਾਵਾਂਗੇ ਔਰ ਪ੍ਰਾਰਥਨਾ ਕਰਾਂਗੇ। ਪਿਤਾ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਭੇਟ ਨੂੰ ਲਿਆਉਣ ਦਾ ਅਨੁਗ੍ਰਹ ਦੇਣ ਵਾਸਤੇ ਔਰ ਇਹ ਭੇਟ ਤੁਹਾਡੇ ਆਤਮਾ ਦੁਆਰਾ ਪਵਿੱਤਰ ਹੈ। ਤੁਹਾਨੂੰ ਗ੍ਰਹਿਣ ਹੋਣ ਵਾਸਤੇ ਧੰਨਵਾਦ ਦਿੰਦੇ ਹਾਂ, ਧੰਨਵਾਦ ਕਰਦੇ ਹਾਂ ਤੁਹਾਡੀ ਦਇਆ ਵਾਸਤੇ, ਤੁਹਾਡੀ ਕਰੁਣਾ ਵਾਸਤੇ। ਜਿਸ ਤਰ੍ਹਾਂ ਅਸੀਂ ਦਿੱਤਾ ਔਰ ਇਹਦੀ ਵਧੀ ਹੋਈ ਫਸਲ ਨੂੰ ਅਸੀਂ ਗ੍ਰਹਿਣ ਕਰਦੇ ਹਾਂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਅਸੀਂ ਇਹਨਾਂ ਭੇਟਾਂ ਤੇ ਤੁਹਾਡੀ ਆਸ਼ੀਸ਼ਾਂ ਦਾ ਆਹਵਾਨ ਕਰਦੇ ਹਾਂ, ਬੜੋਤਰੀ ਦਾ ਨਿਯਮ ਇਹਨਾਂ ਤੇ ਲਾਗੂ ਕਰਦੇ ਹਾਂ और इस प्रार्थना यीशु मसीह के नाम में मांगते हैं, आमेन। प्रेज द लॉर्ड। कुछ अनाउंसमेंट है, बहुत इंपॉर्टेंट है, प्लीज़ ध्यान ना सुनियो। आज शाम को परमेश्वर के सेवक पास्टर क्रिस ओएखलोमी नाल साडी कम्यूनियन सर्विस है। ग्लोरी 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 ग्लोरी। तो प्लीज़ उन्हें जरूर करो क्योंकि कम्यूनियन बहुत ज़रूरी है, क्योंकि पास्टर क्रिस के नाल हर एक मीटिंग प्रमोशन है। हर मीटिंग इस तरह है कि तुसी परमेश्वर नाल मिल के आ गए। प्रेज द लॉर्ड। तो प्लीज़ उस मीटिंग में मिस ना करो। शाम को रात को 9 बजे। उस तो अलावा साढ़े ऑनलाइन चर्चिज़ है और ये बहुत ज़रूरी है। तुहानू बुद्धिमान होना पड़ेगा उन्होंने चीज़ों को तैयार करने वास्ते जो असी तुहाडे वास्ते करते हैं। बहुत सारिया चीज़ां जो असी तुहाडे वास्ते तैयार करते हैं और मैनू पता है कि तुहानू समझ आ रहा कि वो चीज़ां असी तुहाडे वास्ते तैयार कर रहे हैं। ये ऑनलाइन चर्चिज़ असी तुहाडे वास्ते तैयार कीतियां। और इदां ना होवे कि तुसी मुंबई च रहने या पंजाब च रहने और तुहाडे दोस्त किते होर रहने यार तुसी उन्हां नूं सुसमाचार ना सुना पाओ। कोई भी भाषा का इंसान होवे तुसी उन्होंने सुसमाचार सुना सकते हो। तेलुगु, तमिल, मलयालम, कन्नड़ा, किसी भी भाषा में, यानी कि कोई भी भाषा में अगर तुहाडा कोई इंसान है तुहाडे जीवन च आंदा वा, तुहाडी दुनिया में आंदा वा, तुसी उन्होंने यीशु मसीह का प्रचार उहदी भाषा में सुना सकते हो। ये बहुत बड़ा हथियार है तुहाडे हत्थ विच। और हुण तां बहुत आसान है कि साडा एक ऐप है। हुण तुहानूं यूट्यूब ते जाके भी सर्च करने की जरूरत नहीं है, तुसीं साडे ऐप नूं डाउनलोड कर सकते हो। किन्ने कोल ऐप है साडा अपना ऐप है क्राइस्ट एम्बेसी इंडिया फर्स्ट फ्लाइट। किन्ने लोग यूज़ करदे उहनूं? प्रेज द लॉर्ड, हालेलुया। साडा चिल्ड्रन चर्च है 14 भाषावां विच, यानी कि तुसीं किसी भी बच्चे तक पहुँच सकते हो, किसी भी वड्डे इंसान तक पहुँच सकते हो। ये सारियां चीज़ां असीं तुहाडे वास्ते तैयार कीतियां और जाओ और इन्हां नूं इस्तेमाल करो। भारत विच किसी भी चर्च विच ये चीज़ नहीं है। ये मैं घमंड नाल नहीं बोल रहा, ये मैं दीनता नाल बोल रहा कि परमेश्वर ने सानू ये मौका दिता, अपनी बुद्धि दी, अनुग्रह दिता कि साडा विश्वास वधाए। मैं तुहानूं दस रहा और साडे सारे कोल हथियार है और जाओ ये इस्तेमाल करो और यीशु मसीह नूं महिमा दो और अपनी दुनिया नूं, अपने विश्व नूं प्रकाशित करो।
ਅਸੀਂ ਖੜੇ ਹੋਵਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਪਰਮੇਸ਼ਰ ਦਾ ਧੰਨਵਾਦ ਕਰਾਂਗੇ ਵਧੇ ਹੋਏ ਅਨੁਗ੍ਰਹ ਵਾਸਤੇ, ਵਧੇ ਹੋਏ ਗਿਆਨ ਵਾਸਤੇ ਔਰ ਵਧੇ ਹੋਏ ਪ੍ਰੇਮ ਵਾਸਤੇ ਧੰਨਵਾਦ ਕਰਾਂਗੇ। ਧੰਨਵਾਦ ਕਰਾਂਗੇ ਔਰ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੇਨ। ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਬੱਚਿਆਂ ਵਾਸਤੇ ਇਹ ਮਹਾਨ ਕੰਮਾਂ ਨੂੰ ਕਰ ਰਹੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਹਨਾਂ ਵਾਸਤੇ ਸੁਸਮਾਚਾਰ ਸੁਣਾਉਣ ਦੇ ਦਰਵਾਜ਼ੇ ਖੁੱਲੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅਗਰ ਕਿਸੇ ਕੋ ਨੌਕਰੀ ਨਹੀਂ ਆ, ਮੈਂ ਉਹਦੇ ਜੀਵਨ 'ਚ ਨੌਕਰੀ ਬੋਲਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਹ ਹਫਤਾ ਇਹਨਾਂ ਵਾਸਤੇ ਵਿਸ਼ੇਸ਼ ਹਫਤਾ ਹੋਏਗਾ ਔਰ ਚਮਤਕਾਰ ਇਹਨਾਂ ਦਾ ਹਿੱਸਾ ਹੋਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਚਮਤਕਾਰਿਕ ਰੂਪ ਨਾਲ ਨੌਕਰੀਆਂ ਇਹਨਾਂ ਦੇ ਕੋਲ ਆਉਣਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਹਨਾਂ ਦੇ ਬਿਜ਼ਨਸ ਅੱਗੇ ਵਧ ਰਹੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਜੋ ਪੈਸਾ ਰੁਕਿਆ ਹੋਇਆ ਇਹਨਾਂ ਨੂੰ ਮਿਲੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਜਿਨ੍ਹਾਂ ਦੇ ਉਧਾਰ ਵਾਸਤੇ ਪ੍ਰਾਰਥਨਾ ਕਰ ਰਹੇ ਆ ਚਮਕਦਾਰ ਰੂਪ ਦੇ ਵਿੱਚ ਉਧਾਰ ਹੋਏਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਧੰਨਵਾਦ ਕਰਦੇ ਆ ਪ੍ਰਭੂ, ਇਹ ਬੁਰੇ ਔਰ ਦੁਸ਼ਟ ਲੋਕਾਂ ਤੋਂ ਬਚੇ ਹੋਏ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਕੋਈ ਵੀ ਸ਼ੈਤਾਨ ਇਹਨਾਂ ਨੂੰ ਨਹੀਂ ਛੂ ਪਾਏਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਯਿਸੂ ਮਸੀਹ ਇਹਨਾਂ ਦੇ ਅੰਦਰ ਵਧ ਰਿਹਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਹਨਾਂ ਨੂੰ ਹਮੇਸ਼ਾ ਪਤਾ ਹੈ ਕਿ ਪਰਮੇਸ਼ਰ ਦੀ ਇੱਛਾ ਨਾਲ ਕੀ ਬੋਲਣਾ, ਕੀ ਕਰਨਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਨਿਡਰਤਾ ਇਹਨਾਂ ਅੰਦਰ ਕੰਮ ਕਰ ਰਹੀ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸੁਸਮਾਚਾਰ ਸੁਣਾਉਣ ਦੇ ਦਰਵਾਜ਼ੇ ਇਹਨਾਂ ਵਾਸਤੇ ਖੁੱਲ ਰਹੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਇਹ ਸੁਸਮਾਚਾਰ ਸੁਣਾ ਰਹੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਧੰਨਵਾਦ ਕਰਦੇ ਆ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਆ ਔਰ ਇਸ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ, ਆਮੇਨ। परम पिता का प्रेम, यीशु मसीह का अनुग्रह और पवित्र आत्मा की सहभागिता साढ़े नाल हमेशा वास्ते बनी रहेगी यीशु मसीह के नाम दे विच, आमीन। निश्चय भलाई और करुणा हमेशा साढ़े जीवन च निवास करेगी और मैं हमेशा वास्ते परमेश्वर के घर विच निवास करूँगा यीशु मसीह के नाम दे विच, आमीन। थैंक यू, गॉड ब्लेस यू। आनंद मनाओ और वड्डे काम करते रहो। थैंक यू। Subscribe to our channel, hit the bell icon, like, comment and share. Thank you and God bless you.